ਜਦੋਂ ਭਗਵਾਨ ਰਾਮ ਦਾ ਇੱਕ ਪਾਸੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਇੱਕ ਪਾਸੇ ਤਾਂ ਉਹ ਸਰਬੰਸ ਸਾਰਾ ਕੁਛ ਦੁਨੀਆ ਨੂੰ ਜਾਣਦੀ ਹੈ, ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਬੀਜੇਪੀ 'ਚ ਸ਼ਾਮਲ ਕਰ ਰਿਹਾ ਰਾਮ ਚੰਦਰ ਜੀ ਨੂੰ। ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਬਹੁਤ ਵਾਰੀ ਰਾਮ ਸ਼ਬਦ ਆਉਂਦਾ ਹੈ। ਜੀ ਉਹਨਾਂ ਨੇ ਉਹ ਰਾਮ ਸ਼ਬਦ ਰਾਮਚੰਦਰ ਜੀ ਨਾਲ ਰਲਾ ਲਿਆ ਹੈਗਾ ਆ। ਜਿਹੜੇ ਮੋਦੀ ਹੈ ਨਾ, ਉਹ ਝੂਠ ਬੋਲ ਰਹੇ ਨੇ, ਪੱਕੇ ਤੌਰ ਤੇ ਝੂਠ ਬੋਲ ਰਹੇ ਨੇ। ਤੇ ਉਹ ਬੋਲ ਰਹੇ ਨੇ ਮਾਮਲੇ ਦੇ ਵਿੱਚ ਚੀਨ ਦੇ, ਜੋ ਭਾਰਤ ਦੇ ਵਿੱਚ ਘੁਸਪੈਠ ਹੋਈ ਸੀ ਉਹਦੇ ਮਾਮਲੇ ਦੇ ਵਿੱਚ। ਤੇ ਉਹ ਝੂਠ ਜਿਹੜਾ ਹੈਗਾ, ਉਹ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ, ਤੇ ਉਹ ਪਰਦਾਫਾਸ਼ ਹੋ ਗਿਆ ਹੈ। ਜੇਕਰ ਡਿਫੈਂਸ ਮਿਨਿਸਟਰੀ ਇਹ ਕਹਿੰਦੀ ਹੈ ਕਿ ਸਾਡੇ ਐਂਟਰ ਹੋਈਆਂ, ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਕਿਹੜੇ ਮੂੰਹ ਨਾਲ ਕਹਿ ਰਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚ 1 ਇੰਚ ਕੋਈ ਨਹੀਂ ਅੰਦਰ ਆ ਸਕਦਾ? ਦੇਸ਼ ਦਾ ਡਿਫੈਂਸ ਮਿਨਿਸਟਰ ਵੀ ਇਹ ਕਹਿ ਰਿਹਾ ਕਿ ਸਾਡਾ 1 ਇੰਚ ਸਾਡੇ ਅੰਦਰ ਕੋਈ ਨਹੀਂ ਆ ਸਕਦਾ। ਨਵਜੋਤ ਕੌਰ ਸਿੱਧੂ ਇੱਕ ਫੰਕਸ਼ਨ ਤੇ ਗਏ, ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾੜ ਪਿਆ ਹੋਇਆ, ਸੁਖਦੇਵ ਸਿੰਘ ਢੀਂਡਸਾ ਜੀ ਉਹਨਾਂ ਦੇ ਦਰਵਾਜ਼ੇ ਪੱਟ ਰਹੇ ਆ, ਤੇ ਜੇਕਰ ਤੁਹਾਨੂੰ ਬੀਜੇਪੀ ਆਫਰ ਕਰ ਦਿੰਦੀ ਆ, ਕੀ ਤੁਸੀਂ ਬੀਜੇਪੀ ਜਾਓਗੇ? ਜਾਂ ਫਿਰ ਧਾਰਮਿਕ ਗ੍ਰੰਥਾਂ ਦੀ ਇਸ ਤਰ੍ਹਾਂ ਦੀਆਂ ਬੇਅਦਬੀਆਂ ਕਰਵਾ ਕੇ ਕਥਿਤ ਰੂਪ ਵਿੱਚ ਜਿਹੜੀਆਂ ਸਿਆਸਤਾਂ ਹੋ ਰਹੀਆਂ ਨੇ, ਇਹ ਬਹੁਤ ਘਾਤਕ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ ਬਹੁਤ ਸਾਰੇ ਮੁੱਦਿਆਂ ਦੇ ਬਾਰੇ, ਤਾਜ਼ਾ ਮੁੱਦਿਆਂ ਦੇ ਬਾਰੇ, ਕੀ ਕੁਝ ਹੋ ਰਿਹਾ ਸੰਸਾਰ ਭਰ ਦੇ ਵਿੱਚ। ਤੇ ਉਹਨਾਂ ਦੇ ਵਿੱਚੋਂ ਅੱਜ ਗੱਲ ਕਰਾਂਗੇ ਰਾਮ ਮੰਦਿਰ ਜੋ ਭੂਮੀ ਪੂਜਨ ਹੋਇਆ ਅਯੋਧਿਆ ਦੇ ਵਿੱਚ, ਉਸ ਦੇ ਬਾਰੇ। ਗਿਆਨੀ ਇਕਬਾਲ ਸਿੰਘ ਜੀ ਉੱਥੇ ਪਹੁੰਚੇ, ਕੀ ਮਤਲਬ ਸੀ ਉਹਦਾ, ਉਸ ਦੇ ਬਾਰੇ। ਕੈਪਟਨ ਪੰਜਾਬ ਦੇ ਵਿੱਚ ਪਹੁੰਚੇ ਸ਼ਰਾਬ ਪੀੜਤਾਂ ਦੇ ਲਈ, ਉਹਨਾਂ ਨੇ ਐਲਾਨੇ 5-5 ਲੱਖ ਰੁਪਏ ਕਿ ਉਹਨਾਂ ਨੂੰ ਦਿੱਤੇ ਜਾਣਗੇ, ਉਹਦਾ ਕੀ ਮਤਲਬ ਬਣਦਾ ਹੈਗਾ ਆ। ਸੋ ਜੋ ਚੀਨ ਦੀ ਘੁਸਪੈਠ ਹੋਈ ਸੀ ਉਹਦੇ ਬਾਰੇ ਕਿਹੜਾ ਝੂਠ ਫੜਿਆ ਗਿਆ ਮੋਦੀ ਸਰਕਾਰ ਦਾ, ਉਸ ਦੇ ਬਾਰੇ। ਸੋ ਬਹੁਤ ਸਾਰੇ ਤਾਜ਼ਾ ਮਾਮਲਿਆਂ ਦੇ ਉੱਤੇ ਅੱਜ ਗੱਲਬਾਤ ਹੋਵੇਗੀ। ਤੇ ਅੱਜ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਪਹੁੰਚੇ ਹੋਏ ਨੇ ਅੱਜ ਸਟੂਡੀਓ ਦੇ ਵਿੱਚ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਆਓ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਸਵਾਗਤ ਹੈ ਤੁਹਾਡਾ ਜੀ। ਸ਼ੁਕਰੀਆ ਜੀ, ਥੈਂਕ ਯੂ, ਧੰਨਵਾਦ। ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਹਫ਼ਤੇ ਸਾਹਮਣੇ ਆਈਆਂ ਨੇ, ਤੇ ਪਰ ਉਹਨਾਂ ਦੇ ਵਿੱਚੋਂ ਜਿਹੜੀ ਹਾਲ ਹੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਉਹਦੇ ਤੋਂ ਅੱਜ ਸ਼ੁਰੂਆਤ ਕਰ ਲੈਂਦੇ ਹਾਂ। ਕਿਉਂਕਿ 2020 ਨੂੰ ਕਿਹਾ ਜਾ ਰਿਹਾ ਕਿ ਬਹੁਤ ਹੀ ਅਜਿਹਾ ਸਾਲ ਚੜਿਆ ਹੈਗਾ ਆ ਕਿ ਦੁਰਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ, ਕਿਸੇ ਦੀ ਮੌਤ ਸਾਹਮਣੇ ਆ ਰਹੀ ਹੈਗੀ ਆ, ਤੇ ਜਿਹੜੀਆਂ ਤਬਾਹੀ ਹੋ ਰਹੀ ਆ ਆਸਟ੍ਰੇਲੀਆ ਦੀਆਂ ਜੰਗਲਾਂ ਦੀਆਂ ਅੱਗਾਂ ਤੋਂ ਲੈ ਕੇ ਕਰੋਨਾ ਵਾਇਰਸ, ਤੇ ਫਿਰ ਉਸ ਤੋਂ ਬਾਅਦ ਲਬਨਾਨ ਦੇ ਵਿੱਚ ਧਮਾਕਾ ਹੋਇਆ, ਤੇ ਨਾਲ ਹੁਣ ਜਿਹੜੀ ਕੇਰਲ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ। ਸੋ ਬਹੁਤ ਸਾਰੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ ਨੇ। ਤੇ ਇਸ ਜਹਾਜ਼ ਜਿਹੜਾ ਕ੍ਰੈਸ਼ ਹੋਇਆ ਆ, ਇਹਦੇ ਵਿੱਚ ਜਿਹੜਾ ਪਾਇਲਟ ਆ ਉਹਦੀ ਵੀ ਮੌਤ ਹੋ ਗਈ ਹੈ। 20 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਹੈਗੀਆਂ ਨੇ। ਤੇ ਪਤਾ ਨਹੀਂ ਕਦੋਂ ਤੱਕ ਇਹ ਜਿਹੜਾ ਸਾਲ ਸਾਨੂੰ ਕੀ ਕੁਝ ਹੋਰ ਦਿਖਾਵੇਗਾ। ਅਰਸ਼ੀ, ਜਦੋਂ ਤੁਸੀਂ ਇਸ ਸੰਦਰਭ ਦੇ ਵਿੱਚ ਗੱਲ ਕੀਤੀ ਆ, ਬਾਕੀ ਜਿਹੜਾ 2020 ਦਾ ਜਿਹੜਾ ਸਾਲ ਚੜਿਆ, ਇਸ ਦੇ ਬਾਰੇ, ਕਿਉਂਕਿ ਹੁਣ ਵਿਗਿਆਨਿਕ ਯੁੱਗ ਹੈ, ਡਿਜੀਟਲ ਯੁੱਗ ਹੈ, ਬਹੁਤ ਸਾਰੇ ਲੋਕ ਇਸ ਗੱਲ ਦੀ ਵੀ ਚਰਚਾ ਆਮ ਤੌਰ ਤੇ ਕਰਦੇ ਰਹਿੰਦੇ ਆ ਕਿ ਜੇਕਰ ਸਾਡੇ ਬਸ ਹੋਵੇ ਤਾਂ ਜਿਹੜਾ 2020 ਵਾਲਾ ਵਾਇਰਸ ਹੈ, ਇਸ ਈਅਰ ਨੂੰ ਸਾਫ਼ ਕਰਕੇ ਦੁਬਾਰਾ ਸੈੱਟ ਕਰਕੇ ਪਾ ਲਈਏ। ਬਿਲਕੁਲ, ਤੁਸੀਂ ਜ਼ਿਕਰ ਕੀਤਾ ਸੰਸਾਰ ਭਰ ਦੀਆਂ ਖਬਰਾਂ, ਦੁਨੀਆ ਨੂੰ ਜਿਸ ਤਰੀਕੇ ਨਾਲ ਕਰੋਨਾ ਵਾਇਰਸ ਨੇ ਆਪਣੀ ਜਕੜ ਦੇ ਵਿੱਚ ਲਿਆ ਹੋਇਆ। ਇਸ ਤੋਂ ਇਲਾਵਾ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਜਾਂ ਫਿਰ ਮਸ਼ੀਨੀ ਯੁੱਗ ਦੇ ਵਿੱਚ ਜਿਹੜੀਆਂ ਦੁਰਘਟਨਾਵਾਂ ਹੋ ਰਹੀਆਂ ਨੇ, ਇਹ ਸਾਨੂੰ ਨਿੱਤ ਨਵੀਂ ਕੋਈ ਨਾ ਕੋਈ ਡਰਾਉਣੀ ਖਬਰ ਸੁਣਾਉਂਦੀਆਂ ਨੇ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਨਿੱਜੀ ਰੂਪ 'ਚ ਨੁਕਸਾਨ ਹੁੰਦਾ, ਔਰ ਵੱਡੇ ਪੱਧਰ ਤੇ ਜਿੱਥੇ ਜਿਸ ਤਰੀਕੇ ਨਾਲ ਬੰਦਾ ਉਹਦੇ ਨਾਲ ਕੰਸਰਨ ਹੁੰਦਾ ਹੈ, ਜਾਂ ਫਿਰ ਹਿਊਮੈਨਿਟੀ ਨੂੰ ਪਿਆਰ ਕਰਨ ਵਾਲਾ ਬੰਦਾ, ਉਹਦੀ ਮਾਨਸਿਕਤਾ ਤੇ ਵੀ ਇਸ ਗੱਲ ਦਾ ਅਸਰ ਹੁੰਦਾ। ਹੁਣ ਜਿੱਥੇ ਕਰੋਨਾ ਵਾਇਰਸ ਕਰਕੇ ਦੁਨੀਆ ਭਰ ਦੇ ਵਿੱਚ ਹਿਲਜੁਲ ਸੀ, ਔਰ ਜਿਹੜੀ ਏਅਰਕ੍ਰਾਫਟ ਸੀਗੇ ਉੱਡਣੇ ਬੰਦ ਹੋਏ ਸੀ, ਫਿਰ ਬਹੁਤ ਸਾਰੇ ਲੋਕ ਜਿਹੜੇ ਇੱਕ ਤੋਂ ਦੂਸਰੇ ਦੇਸ਼, ਕਿਉਂਕਿ ਹੁਣ ਦੁਨੀਆ ਨਹੀਂ ਰਹੀ, ਹੁਣ ਤਾਂ ਪਿੰਡ ਬਣ ਗਿਆ। ਪਹਿਲਾਂ ਕਿਸੇ ਵੇਲੇ ਇੱਕ ਪਿੰਡ ਗਲੋਬ ਹੋਇਆ ਕਰਦਾ ਸੀ, ਪਰ ਹੁਣ ਇੱਕ ਗਲੋਬ ਹੀ ਪਿੰਡ ਬਣ ਗਿਆ। ਇੱਕ ਦੇਸ਼ ਤੋਂ ਦੂਸਰੇ ਦੇਸ਼ ਲੋਕਾਂ ਦਾ ਕੰਮ ਧੰਦੇ ਹੀਲੇ ਵਸੀਲੇ ਕਰਨ ਜਾਣਾ ਆਮ ਰੁਝਾਨ ਹੋ ਗਿਆ ਜੀ। ਕਰੋਨਾ ਵਾਇਰਸ ਹੋਇਆ, ਕਰੋਨਾ ਵਾਇਰਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਲੋਕ, ਉਹ ਚਾਹੇ ਨਾਰਥ ਅਮਰੀਕਾ, ਚਾਹੇ ਯੂਰਪੀਅਨ ਕੰਟਰੀਜ਼ ਨੇ, ਚਾਹੇ ਏਸ਼ੀਅਨ ਕੰਟਰੀਜ਼ ਨੇ, ਜਾਂ ਫਿਰ ਮਿਡਲ ਈਸਟ ਦਾ ਏਰੀਆ, ਉੱਥੇ ਕੰਮਾਂ ਧੰਦਿਆਂ 'ਤੇ ਆਪਣੇ
ਪਰਿਵਾਰਾਂ ਦੇ ਪਾਲਣ ਪੋਸ਼ਣ ਵਾਸਤੇ ਮਿਹਨਤਾਂ ਕਰਨ ਗਏ ਹੋਏ ਆ। ਬਹੁਤ ਸਾਰੀਆਂ ਸਰਕਾਰਾਂ ਨੇ ਜਦੋਂ ਹੱਥ ਖੜੇ ਕਰਤੇ ਕਿ ਹੁਣ ਕਰੋਨਾ ਵਾਇਰਸ ਸਾਡੇ ਬਹੁਤ ਜ਼ਿਆਦਾ ਵੱਧ ਰਿਹਾ ਹੈ, ਜੇਕਰ ਤੁਸੀਂ ਆਪਣੇ ਬੰਦੇ ਲੈ ਕੇ ਜਾਣੇ ਆ ਤਾਂ ਸਰਕਾਰਾਂ ਦਾ ਫਰਜ਼ ਬਣਦਾ। ਭਾਰਤ ਸਰਕਾਰ ਨੇ ਵੀ ਇੱਕ ਉਪਰਾਲਾ ਕੀਤਾ, ਬੰਦੇ ਭਾਰਤ ਦੇ ਨਾਂ ਤੇ ਇੱਕ ਫਿਰ ਸਕੀਮ ਚਲਾਈ ਗਈ, ਜਿਸ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਜਹਾਜ਼ਾਂ ਨੂੰ ਸਪੈਸ਼ਲ ਭੇਜਿਆ ਗਿਆ, ਉੱਥੋਂ ਲੋਕਾਂ ਨੂੰ ਵਾਪਸ ਲੈ ਕੇ ਆਉਣਾ ਸੀ। ਜੀ ਹਾਲਾਂਕਿ ਜਿਹੜਾ ਬੰਦੇ ਭਾਰਤ ਹੈ ਉਸ ਤੇ ਉਂਗਲਾਂ ਖੜੀਆਂ ਹੋ ਰਹੀਆਂ ਸੀ ਕਿ ਬਹੁਤ ਜ਼ਿਆਦਾ ਪੈਸੇ ਚਾਰਜ ਕਰ ਰਹੇ ਨੇ, ਇੱਕ ਪਾਸੇ ਦੀ ਟਿਕਟ ਨੂੰ ਵੀ ਤਿੱਗਣਾ ਮਹਿੰਗਾ ਲਾ ਰਹੇ ਨੇ। ਉਹ 에ਅਰ ਇੰਡੀਆ ਦੀ ਜਿਹੜੀ ਫਲਾਈਟ ਸੀ, ਇਹ ਜਿਹੜੀ ਦੁਖਦਾਈ ਖਬਰ ਕੇਰਲਾ ਦੇ ਵਿੱਚ ਹੋਈ ਹੈ, ਮੰਦਭਾਗੀ ਫਲਾਈਟ ਦੁਬਈ ਤੋਂ ਆਈ ਸੀ ਜੀ। ਦੁਬਈ ਤੋਂ 191 ਯਾਤਰੂ ਇਹਦੇ ਵਿੱਚ ਸਵਾਰ ਸੀ, 2 ਪਾਇਲਟ, 6 ਕਰੂ ਮੈਂਬਰ ਤੇ ਬਾਕੀ ਦੇ ਸਾਰੇ ਜਿਸ ਦੇ ਵਿੱਚ ਬੰਦੇ, ਔਰਤਾਂ ਔਰ ਬੱਚੇ ਸ਼ਾਮਲ ਸੀ। ਹੁਣ ਕੇਰਲ ਦੇ ਵਿੱਚ ਜਿਸ ਤਰੀਕੇ ਨਾਲ ਕੋਝੀਕੋਡ ਏਰੀਏ ਦੇ ਵਿੱਚ ਇਹਨੇ ਜਾ ਕੇ ਲੈਂਡ ਕਰਨਾ ਸੀ, ਉਸ ਵੇਲੇ ਕਿਉਂਕਿ ਭਾਰਤ ਦੇ ਵਿੱਚ ਬਰਸਾਤੀ ਮੌਸਮ ਹੈ, ਬਾਕੀ ਤਾਂ ਸਾਰੀਆਂ ਚੀਜ਼ਾਂ ਜਾਂਚ ਪੜਤਾਲ ਤੋਂ ਬਾਅਦ ਸਾਹਮਣੇ ਹੋ ਗਈਆਂ। ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜਦੋਂ ਇਹ ਜਹਾਜ਼ ਲੈਂਡ ਹੋਣਾ ਚਾਹੁੰਦਾ ਸੀ, ਹਾਲਾਂਕਿ ਬਹੁਤ ਹੀ ਕਾਬਲ ਜਿਹੜਾ ਪਾਇਲਟ ਹੈ ਦੀਪਕ ਸਾਠੇ, ਉਹ ਇਹਨਾਂ ਨੂੰ ਚਲਾ ਰਹੇ ਸੀ। ਉਹਨਾਂ ਨੂੰ ਬੜਾ ਮਾਣ ਸਤਿਕਾਰ ਇਸ ਖੇਤਰ ਦੇ ਵਿੱਚ ਮਿਲਿਆ ਹੋਇਆ। 2 ਵਾਰ ਉਹਨਾਂ ਨੇ ਟਰਾਈ ਕੀਤੀ, ਜਾਂ ਸੈਕਿੰਡ ਟਾਈਮ ਉਹਨਾਂ ਨੇ ਜਹਾਜ਼ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਮੁੱਢਲੀਆਂ ਜਿਹੜੀਆਂ ਇਨਫੋਰਮੇਸ਼ਨ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਉਹ ਸਕਿਡ ਕਰ ਗਿਆ। ਸਕਿਡ ਕਰਕੇ ਇੱਕ ਦੀਵਾਰ 'ਚ ਲੱਗਦਾ ਹੋਇਆ ਜਾ ਕੇ 30-35 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਗਿਆ, ਔਰ ਜਹਾਜ਼ ਦੇ 2 ਟੋਟੇ ਹੋ ਗਏ ਆ। ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਕੇਰਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਰੈਸਕਿਊ ਕਰ ਦਿੱਤਾ ਗਿਆ। ਜੀ 20 ਦੇ ਕਰੀਬ ਮੌਤਾਂ ਦੀ ਅਸਪਸ਼ਟ ਜੀ ਜਿਹੜੀ ਜਾਣਕਾਰੀ ਆਪਣੇ ਕੋਲ ਆ ਰਹੀ ਹੈ, ਕਿਉਂਕਿ ਐਡਾ ਵੱਡਾ ਹਾਦਸਾ ਹੋਇਆ, ਜ਼ਖਮੀ ਵੀ ਬਹੁਤ ਨੇ, ਇਸ ਕਰਕੇ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਹਾਂ, 160 ਦੇ ਕਰੀਬ ਜਿਹੜੇ ਹਸਪੀਟਲਸ ਦੇ ਵਿੱਚ ਨੇ, ਉਹਨਾਂ ਨੂੰ ਜਿਹੜੇ ਹੁਣ ਲੈਣ ਆਏ ਪਰਿਵਾਰ ਸੀ, ਕਿਉਂਕਿ ਕੇਰਲਾ ਇੱਕ ਇਸ ਤਰ੍ਹਾਂ ਦੀ ਸਾਊਥ ਇੰਡੀਆ ਦੀ ਇਸ ਤਰ੍ਹਾਂ ਦੀ ਧਰਤੀ ਹੈ, ਮੈਨੂੰ ਨਹੀਂ ਲੱਗਦਾ ਵੀ ਕਿਸੇ ਪਰਿਵਾਰ 'ਚ 1 ਜਾਂ 2 ਬੰਦਾ ਇਹੋ ਜਿਹਾ ਹੋਊਗਾ ਜਿਹੜਾ ਮਿਡਲ ਈਸਟ 'ਚ ਦੁਬਈ, ਆਬੂ ਧਾਬੀ, ਇੱਧਰ ਇਰਾਨ, ਇਰਾਕ ਇੱਥੇ ਨਾ ਗਿਆ ਹੋਵੇ। ਹੁਣ ਉਸ ਘਟਨਾਕ੍ਰਮ ਤੋਂ ਬਾਅਦ ਸਰਕਾਰ ਨੇ ਵੀ ਇਸ ਦੇ ਵਿੱਚ ਮਦਦ ਦਾ ਐਲਾਨ ਕੀਤਾ, ਜਾਂਚ ਵੀ ਬਿਠਾਈ ਆ ਵੀ ਇਸ ਦੇ ਕੀ ਕਾਰਨ ਹੋ ਸਕਦੇ ਆ। ਪਰ ਇਹ ਕੋਈ ਘਟਨਾ ਪਹਿਲੀ ਨਹੀਂ ਹੈ ਅਰਸ਼ੀ, ਲਗਾਤਾਰ ਹੋ ਰਹੀਆਂ ਨੇ, ਜਿਵੇਂ ਹੁਣੇ ਤੁਸੀਂ ਜ਼ਿਕਰ ਕਰਕੇ ਹਟਿਓ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਤੁਹਾਨੂੰ ਯਾਦ ਹੋਣਾ ਜੀ, ਕਰਾਚੀ ਦੇ ਵਿੱਚ ਜਿਹੜਾ ਉਹ ਇਨਸੀਡੈਂਟ ਹੋਇਆ, ਮੇਰੇ ਖਿਆਲ 98 ਦੇ ਕਰੀਬ ਮੌਤਾਂ ਉੱਥੇ ਵੀ ਹੋਈਆਂ ਸੀ। ਜਾਂ ਫਿਰ ਇਸ ਤੋਂ ਪਹਿਲਾਂ ਜਿਹੜਾ ਜਨਵਰੀ ਦੇ ਵਿੱਚ ਜਿਹੜਾ ਉਹ ਮਿਜ਼ਾਈਲ ਨਾਲ ਹਿੱਟ ਕਰ ਦਿੱਤਾ ਗਿਆ ਸੀ ਜਹਾਜ਼, ਜਿਸ ਦੇ ਵਿੱਚ 176 ਲੋਕ ਸਵਾਰ ਸਨ। ਸੋ ਇਹ ਫਲਾਈਂਗ ਮਸ਼ੀਨ ਹੈ, ਜਿੱਥੇ ਇਸ ਨੇ ਸਾਨੂੰ ਬੜਾ ਫਾਇਦਾ ਕੀਤਾ ਹੈ, ਸਾਡੀਆਂ ਦੂਰੀਆਂ ਘਟਾਈਆਂ ਨੇ, ਉੱਥੇ ਇਸ ਤਰ੍ਹਾਂ ਦੀਆਂ ਵੀ ਸਮੱਸਿਆਵਾਂ ਤੇ ਅਜੇ ਅਸੀਂ ਨਾ ਕਾਮਯਾਬ ਹਾਂ ਪੂਰਨ ਰੂਪ ਵਿੱਚ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ। ਜਾਂਚ ਪੜਤਾਲ ਬੈਠੂਗੀ, ਜਾਂਚ ਪੜਤਾਲ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਉਹ ਦੇਖਣ ਵਾਲਾ ਹੋਊਗਾ, ਪਰ ਬਹੁਤ ਵੱਡੀ ਇਹ ਦੁਰਘਟਨਾ ਹੋਈ ਹੈ। ਹਾਂ, ਇਸ ਦੇ ਵਿੱਚ ਅਖੀਰ ਵਿੱਚ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਇਹ ਜਿਹੜੀ ਘਟਨਾ ਹੋਈ ਹੈ, ਮੈਂ ਸਮਝਦਾ ਕਿ ਜਿਹੜੇ ਪਾਇਲਟ ਸੀਗੇ ਦੀਪਕ ਸੇਠ ਸਾਹਿਬ, ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਆਪਣੀ ਜਾਨ ਤਾਂ ਲੇਖੇ ਲਾਤੀ, ਨਾਲ ਦਾ ਕੋ ਪਾਇਲਟ ਵੀ ਉਹਨਾਂ ਦਾ ਸ਼ਹੀਦ ਹੋ ਗਿਆ ਜਾਂ ਮਰ ਗਿਆ। ਪਰ ਉਹਨਾਂ ਨੇ ਜਿਸ ਤਰੀਕੇ ਨਾਲ ਇਹਨੂੰ ਲੈਂਡ ਕਰਵਾਇਆ, ਜੇ ਵੱਡਾ ਇਸ ਤੋਂ ਵੀ ਵੱਡਾ ਇਹ ਹਾਦਸਾ ਹੋ ਸਕਦਾ ਸੀਗਾ। 190 91 ਜਿਹੜੇ ਇਹਦੇ ਵਿੱਚ ਸਵਾਰ ਸੀ, ਬਹੁਤ ਸਾਰੇ ਹਾਦਸੇ ਇਸ ਤਰ੍ਹਾਂ ਦੇ ਹੋਏ ਆ ਪਹਿਲਾਂ ਕਿ ਜਿਨ੍ਹਾਂ 'ਚੋਂ ਕੋਈ ਵੀ ਨਹੀਂ ਬਚਿਆ, ਪਰ ਇਹਦੇ 'ਚ ਇਹ ਬਚਾ ਰਿਹਾ ਕਿ ਜਹਾਜ਼ ਨੂੰ ਅੱਗ ਨਹੀਂ ਲੱਗੀ, ਜਿਸ ਕਰਕੇ ਬਹੁਤ ਸਾਰੇ ਲੋਕ ਚੰਗੇ ਭਾਗਾਂ ਨਾਲ ਇਸ ਦੇ ਵਿੱਚ ਬਚ ਵੀ ਗਏ। ਜੀ ਬਿਲਕੁਲ, ਆਰ ਹਾਰਟਸ ਗੋ ਆਊਟ ਫॉर द ਫੈਮਲੀਜ਼ ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗਏ ਹੈਗੇ। ਪਰ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਰ ਵੀ ਰਾਜਨੀਤੀ ਦੇ ਵਿੱਚ ਵੀ ਸਾਹਮਣੇ ਆਈਆਂ ਨੇ। ਉਹਦੇ ਵਿੱਚ ਜੇ ਹੁਣ ਅਸੀਂ ਭਾਰਤ ਦੀ ਗੱਲ ਕਰ ਹੀ ਰਹੇ ਹਾਂ, ਤਾਂ ਭਾਰਤ ਦੇ ਵਿੱਚ 5 ਅਗਸਤ ਦਾ ਦਿਨ ਇਤਿਹਾਸਿਕ ਮੰਨਿਆ ਗਿਆ ਹੈਗਾ। ਚੰਗੀ ਖਬਰ ਵੀ ਹੈ ਕਿ ਸਾਡਾ ਹਿੰਦੂ ਭਾਈਚਾਰਾ ਹੈਗਾ ਆ, ਉਹ ਬਹੁਤ ਖੁਸ਼ ਹੈਗਾ ਇਸ ਅਨਾਉਂਸਮੈਂਟ ਨੂੰ ਲੈ ਕੇ, ਕਿਉਂਕਿ ਭੂਮੀ ਪੂਜਨ ਹੋਇਆ ਉੱਥੇ ਰਾਮ ਮੰਦਿਰ ਦੇ ਲਈ। ਤਾਂ ਉਹ ਹੁਣ ਕੀ ਮਾਇਨੇ ਹੈਗੇ ਨੇ, ਉਹ ਜੋ ਕੁਝ ਵੀ ਹੋਇਆ 5 ਅਗਸਤ ਨੂੰ ਨਰਿੰਦਰ ਮੋਦੀ ਜੀ ਦੇ ਦੁਆਰਾ, ਜੋ ਉੱਥੇ ਮੰਤਰ ਜਪੇ ਗਏ, ਹਵਨ ਹੋਇਆ, ਸੋ ਕੀ ਅਰਥ ਅਸੀਂ ਸਮਝੀਏ ਇਹਦੇ? ਦੇਖੋ, ਸਾਨੂੰ ਇੱਕ ਧਰਮ ਨਿਰਪੱਖ ਹੁੰਦੇ ਹੋਏ, ਕਿਉਂਕਿ ਰਾਮ ਚੰਦਰ ਜੀ ਨੂੰ ਹਿੰਦੂ ਇੱਕ ਈਸ ਦੇ ਤੌਰ ਤੇ, ਇੱਕ ਪਰਮਾਤਮਾ ਦੇ ਤੌਰ ਤੇ ਮੰਨਦੇ ਆ, ਔਰ ਉਹਨਾਂ ਨੂੰ ਇਸ ਗੱਲ ਦੀ ਆਜ਼ਾਦੀ ਵੀ ਹੈ ਕਿ ਉਹ ਆਪਣੇ ਪਰਮਾਤਮਾ ਨੂੰ ਜਾਂ ਉਸ ਦੀ ਰਾਮ ਲੱਲਾ ਦੀ ਜਿਹੜੀ ਥਾਂ ਮੰਨੀ ਜਾਂਦੀ ਆ,
ਉਸ ਦੇ ਵਿੱਚ ਜੇਕਰ ਕੋਰਟ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਆ ਤਾਂ ਉਸ ਦੇ ਵਿੱਚ ਉਸ ਦੀ ਭੂਮੀ ਪੂਜਾ ਕਰਨ, ਬਹੁਤ ਖੂਬਸੂਰਤ ਮਾਡਲ ਤਿਆਰ ਕਰਨ, ਉਹ ਇੱਕ ਐਗਜ਼ਾਮਪਲ ਸੈੱਟ ਕਰਨ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰਾ ਭਾਰਤ ਦੇ ਵਿੱਚ ਰਹਿੰਦਾ ਤੇ ਉਹਨਾਂ ਦੀ ਆਸਥਾ ਦਾ ਸਵਾਲ ਹੈ। ਸਾਨੂੰ ਇਸ ਦਾ ਰਿਗਾਰਡ ਕਰਨਾ ਚਾਹੀਦਾ, ਸਾਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ, ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਵੱਖ-ਵੱਖ ਥਾਵਾਂ ਤੇ, ਹੋਰਨਾਂ ਥਾਵਾਂ ਤੇ ਵੀ, ਸਾਡੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਮੱਥਾ ਟੇਕਣ ਆਉਂਦੇ ਆ। ਸੋ ਸਾਡਾ ਫਰਜ਼ ਬਣਦਾ ਕਿ ਉਸ ਨੂੰ ਅਸੀਂ ਪੂਰਾ ਅਦਬ ਤੇ ਸਤਿਕਾਰ ਦਈਏ। ਦੇਸ਼ ਦੇ ਪ੍ਰਧਾਨ ਮੰਤਰੀ ਨੇ, ਪਰ ਜਿਸ ਤਰੀਕੇ ਨਾਲ ਉਸ ਥਾਂ ਤੇ ਜਿਹੜੀ ਅਯੁੱਧਿਆ ਦੀ ਜਿਹੜੀ ਥਾਂ ਹੈ, ਉਸ ਗੱਲ ਦੇ ਵਿੱਚ ਕਾਫੀ ਸਾਰੇ ਸ਼ੰਕੇ ਇਸ ਕਰਕੇ ਸੀਗੇ ਕਿਉਂਕਿ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਅਯੁੱਧਿਆ ਦੇ ਮਾਮਲੇ 'ਚ ਮਾਣਯੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਜੀ, ਉੱਥੇ ਕਿਤੇ ਨਾ ਕਿਤੇ ਕੁਝ ਲੋਕ ਉਹ ਤੋਂ ਖੁਸ਼ ਨਹੀਂ ਸੀ। ਵੱਡੀ ਗਿਣਤੀ 'ਚ ਉਹਨਾਂ 'ਚ ਨਿਰਾਸ਼ਾ ਸੀ। ਉਹ ਨਿਰਾਸ਼ਾ ਦੀ ਗੱਲ ਉਦੋਂ ਤਾਂ ਘੱਟ ਚੱਲੀ, ਪਰ ਜਦੋਂ ਸੁਪਰੀਮ ਕੋਰਟ ਦੇ ਜਿਹੜੇ ਜੱਜ ਸੀ ਜਸਟਿਸ ਰੰਜਨ ਗੋਗੋਈ ਰਿਟਾਇਰ ਹੋਣ ਤੋਂ 4 ਮਹੀਨੇ ਬਾਅਦ ਪਾਰਲੀਮੈਂਟ ਦੇ ਵਿੱਚ ਭੇਜ ਦਿੱਤੇ ਗਏ, ਫਿਰ ਸਵਾਲ ਉੱਠਣੇ ਲਾਜ਼ਮੀ ਹੋ ਗਏ ਕਿ ਇਹ ਫੈਸਲਾ ਹਿੰਦੂ ਜਿਹੜੀਆਂ ਸ਼ਕਤੀਆਂ ਸੀ ਜਿਹੜੀਆਂ ਉੱਥੇ ਲੜਾਈ ਲੜ ਰਹੀਆਂ ਸੀ, ਕਿ ਇਹ ਹਿੰਦੂ ਤਬਕੇ ਨੇ ਮੁਕੱਦਮਾ ਜਿੱਤ ਲਿਆ ਜਾਂ ਫਿਰ ਜਿੱਤ ਲਿਆ, ਜਾਂ ਉਹਨਾਂ ਦੇ ਹੱਕ 'ਚ ਆ ਗਿਆ ਜਾਂ ਫਿਰ ਜਿੱਤ ਲਿਆ। ਇਹ ਤੇ ਉਹ ਸਵਾਲ ਹੋਣੇ ਲਾਜ਼ਮੀ ਨੇ। ਸੋ ਉਹ ਸਾਰੀ ਚੀਜ਼ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਗਏ, ਚਲੋ ਬੜੀ ਚੰਗੀ ਗੱਲ ਆ, ਉੱਥੇ ਗਏ, ਪਰ ਜਿਸ ਤਰੀਕੇ ਨਾਲ ਇਹ ਸਾਰੇ ਦਾ ਸਾਰਾ ਸੰਘਰਸ਼ ਜਿਹੜਾ ਸ਼ੁਰੂ ਹੋਇਆ ਸੀ 1985, 86, 87, 88, 91 'ਚ, ਫਿਰ 92 'ਚ ਜਾ ਕੇ ਜਿਹੜਾ 6 ਦਸੰਬਰ ਨੂੰ ਉੱਥੇ ਢਾਇਆ ਗਿਆ ਸੀਗਾ ਬਾਬਰੀ ਮਸਜਿਦ ਨੂੰ, ਉਸ ਦੇ ਵਿੱਚ ਬੰਦੇ ਕੋਈ ਹੋਰ ਸੀ। ਉਹ ਕਹਿੰਦੇ ਹੁੰਦੇ ਆ ਵੀ ਰਾਜਨੀਤੀ ਦੇ ਵਿੱਚ ਨਾ ਪੁੱਤ ਨਹੀਂ ਹੁੰਦੇ, ਔਰੰਗਜ਼ੇਬ ਤੇ ਦਾਰਾ ਸ਼ਿਕੋਹ ਹੁੰਦੇ ਆ। ਇਹ ਉਸੇ ਤਰੀਕੇ ਨਾਲ ਹੈ ਕਿ ਉਸ ਵੇਲੇ ਅਡਵਾਨੀ ਰੱਥ ਯਾਤਰਾ ਕੀਤੀ ਦੇਸ਼ ਦੇ ਵਿੱਚ, ਜਿੱਥੇ ਇੱਥੇ ਗਏ ਉਹ ਦੰਗੇ ਹੋਏ, ਜੋ ਵੀ ਕੁਝ ਹੋਇਆ, ਮੰਦਿਰ ਢਾਇਆ ਗਿਆ ਜਾਂ ਢਹਾਇਆ ਗਿਆ ਜਾਂ ਫਿਰ ਬਹੁਤ ਕੁਝ ਇਹਦੇ ਵਿੱਚ ਪਾਇਆ ਗਿਆ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਉਹ ਲੋਕ ਜਿਹੜੇ ਇਸ ਦੇ ਵਿੱਚ ਕਰਤਾ ਧਰਤਾ ਸੀ, ਜਿਹਦੇ 'ਚ LK ਅਡਵਾਨੀ ਦਾ ਆਪਾਂ ਜ਼ਿਕਰ ਕੀਤਾ, ਜਾਂ ਫਿਰ ਮੁਰਲੀ ਮਨੋਹਰ ਜੋਸ਼ੀ ਦਾ ਆਪਾਂ ਗੱਲ ਕਰ ਲਈਏ, ਉਮਾ ਭਾਰਤੀ ਦੀ ਗੱਲ ਕਰ ਲਈਏ, ਜਾਂ ਹੋਰ ਬਹੁਤ ਸਾਰੇ ਨੇਤਾ ਸੀ ਜਿਹੜਿਆਂ ਨੂੰ ਸਿਰਫ ਤੇ ਸਿਰਫ ਉੱਥੇ ਇੱਕੋ ਵਨ ਮੈਨ ਸ਼ੋਅ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਡੰਡੌਤ ਕਰ ਰਿਹਾ, ਉਹੀ ਅਸ਼ਟਾਂਗ ਆਸਣ ਵੀ ਉਹੀ ਕਰ ਰਿਹਾ, ਪਰ ਜਿਹੜੇ ਉਸ ਦੇ ਵਿੱਚ ਮੂਹਰਲੇ ਬੰਦੇ ਸੀ ਉਹਨਾਂ ਨੂੰ ਇਹ ਕਹਿ ਕੇ ਕਿ ਉਹ ਬਜ਼ੁਰਗ ਨੇ, ਕਰੋਨਾ ਬਹੁਤ ਫੈਲਿਆ ਹੋਇਆ, ਇਸ ਕਰਕੇ ਜੇ ਉਹ ਕਰਾਉਣਗੇ ਉਹਨਾਂ ਨੂੰ ਕੋਈ ਬਿਮਾਰੀ ਦਾ ਕਿਤੇ ਅਸਰ ਨਾ ਹੋ ਜਾਏ, ਇਸ ਕਰਕੇ ਉਹ ਟੀਵੀ ਤੇ ਬੈਠ ਕੇ ਜਾਂ ਕੰਪਿਊਟਰ ਤੇ ਬੈਠ ਕੇ ਦੇਖਣਗੇ। ਜਿਹੜਾ ਉਹ ਕੰਪਿਊਟਰ ਤੇ ਬੈਠ ਕੇ ਸਾਰਾ ਭਾਰਤ ਹੀ ਦੇਖ ਰਿਹਾ ਹੈ, 120-25 ਕਰੋੜ ਬੰਦਾ ਦੇਖ ਰਿਹਾ ਹੈ, ਪਰ ਦੂਜੇ ਪਾਸੇ ਉਸੇ ਪੰਡਾਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਤਸਵੀਰਾਂ ਉਹ ਵੀ ਸੀ ਜਿਨ੍ਹਾਂ ਨੇ ਮਾਸਕ ਤੱਕ ਨਹੀਂ ਸੀ ਲਾਏ, ਜਿਨ੍ਹਾਂ 'ਚ ਸਵਾਮੀ ਹੈ ਜਿਹੜਾ ਰਾਮਦੇਵ, ਤੇ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਸੀ। ਸੋ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਗੱਲ ਸਮਝ ਆਉਂਦੀ ਸੀ ਕਿ ਹਾਂ, ਕਿ ਉਹ ਵਿਚਾਰੇ ਉਹ ਪਿੱਛੇ ਰਹਿ ਗਏ ਤੇ ਕੁਛ ਅੱਗੇ ਲੰਘ ਗਏ। ਹਾਂ, ਇਸ ਦੇ ਨਾਲ ਇੱਕ ਜਿਹੜੀ ਸਭ ਤੋਂ ਜ਼ਿਆਦਾ ਮੈਸੇਜ ਵਾਲੀ ਜਿਹੜੀ ਗੱਲ ਕਹੀ ਹੈ, ਹੁਣ ਆਪਾਂ ਇਸ ਗੱਲ ਨੂੰ ਮੰਨ ਲਈਏ ਕਿ ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਦਾ ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਬੜਾ ਇੱਕ ਖੜਿੱਕਾ ਜਿਹਾ ਪਿਆ ਹੋਇਆ ਸੀ। ਚਲੋ ਸ਼ੁਕਰ ਹੈ ਵੀ ਇਹ ਕੰਮ ਨਿਬੜ ਗਿਆ, ਸ਼ੁਕਰ ਹੈ ਵੀ ਅੱਗੇ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਊਗੀ। ਆਪਾਂ ਇਸੇ ਗੱਲ ਦੀ ਸੁੱਖ ਮੰਗਦੇ ਆ ਨਾ, ਬਿਲਕੁਲ, ਵੀ ਹਾਂ ਹੁਣ ਇਸ ਤੋਂ ਬਾਅਦ ਕੁਛ ਇਸ ਤਰ੍ਹਾਂ ਦਾ ਨਾ ਹੋਵੇ। ਪਰ ਤੁਹਾਨੂੰ ਯਾਦ ਹੋਣਾ ਕਿ ਜਦੋਂ 1992 ਦੇ ਵਿੱਚ ਢਾਇਆ ਤਾਂ ਉਸ ਵੇਲੇ ਦੇ ਕਾਰ ਸੇਵਕਾਂ ਨੇ ਜਾਂ ਉਸ ਵੇਲੇ ਦੇ ਲੀਡਰਾਂ ਨੇ ਉਸ ਵੇਲੇ ਨਾਅਰੇ ਕੀ ਲਾਏ ਸੀ? ਇਹ ਤਾਂ ਇੱਕ ਜਾਕੀ ਹੈ ਨਾ, ਉਹ ਲਾਉਂਦੇ ਸੀ, ਇਹ ਤਾਂ ਇੱਕ ਜਾਕੀ ਹੈ, ਰਾਮ ਕ੍ਰਿਸ਼ਨ ਔਰ ਵਿਸ਼ਵਨਾਥ ਬਾਕੀ ਹੈ, ਜੋ ਇਸ ਤਰ੍ਹਾਂ ਦੇ ਨਾਅਰੇ ਉਹਨਾਂ ਨੇ ਕਿਹੜੇ ਕਿਹੜੇ ਲਾਏ ਸੀ। ਜਾਂ ਫਿਰ ਏਕ ਨਹੀਂ ਅਬ 30,000 ਨਹੀਂ ਬਚੇਗੀ ਕੋਈ ਮਜ਼ਾਰ, ਉਹ ਜਿਹੜੀਆਂ ਭਾਵਨਾਵਾਂ ਨੇ ਉਹ ਹੁਣ ਇਹ ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਜੇ ਤਾਂ ਇੱਥੇ ਹਟ ਜਾਂਦੀ ਗੱਲ ਠੀਕ ਹੈ, ਪਰ ਜਿਸ ਤਰੀਕੇ ਨਾਲ ਜਨਸੰਘ ਦੀ ਜਿਹੜੀ ਪਾਲਿਸੀਜ਼ ਨੇ ਜਾਂ ਜਨਸੰਘ ਦੇ ਜਿਹੜੇ ਏਜੰਡੇ ਨੇ, ਕਿ ਹੁਣ ਇੱਥੋਂ ਹਟ ਕੇ ਜਿਹੜਾ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਮੰਦਿਰ ਸੀ ਉੱਥੇ ਵੀ ਕਿਹਾ ਜਾਂਦਾ ਇੱਕ ਮਜ਼ਾਰ ਹੈ ਜੀ, ਉਹ ਵੀ ਢਾਉਣੀ ਹੈ। ਜਾਂ ਫਿਰ ਵਿਸ਼ਵਨਾਥ ਸ਼ਿਵਜੀ ਜੀ ਦਾ, ਜਿੱਥੇ ਵਾਰਾਣਸੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿੱਥੋਂ ਰਿਪਰੈਜ਼ੈਂਟ ਕਰਦੇ ਆ, ਉੱਥੇ ਵੀ ਇੱਕ ਮੰਦਿਰ ਹੈ, ਉਹ ਮਸਜਿਦ ਹੈ। ਹੁਣ ਉਸ ਮਾਮਲੇ 'ਚ ਵੀ ਗਾਹਾਂ ਨੂੰ ਕੁਝ ਹੋ ਸਕਦਾ। ਸੋ ਇਸ ਕਰਕੇ ਦੇਸ਼ ਜਿੱਥੇ ਤੱਕ ਤੇ ਸੁੱਖ ਮੰਗਦਾ ਸੀ
ਕਿ ਇਸ ਤੋਂ ਬਾਅਦ 'ਚ ਸ਼ਾਂਤੀ ਹੋਣੀ ਚਾਹੀਦੀ ਹੈ, ਪਰ ਜਿਸ ਤਰੀਕੇ ਦੇ ਨਾਅਰੇ ਤੇ ਜਕਾਰੇ ਆ ਰਹੇ ਆ, ਜੀ ਇਹ ਲੱਗਦਾ ਨਹੀਂ ਮੈਨੂੰ ਵੀ ਆਉਂਦਾ ਸਮਾਂ ਸ਼ਾਂਤੀ ਵਾਲਾ ਹੋਊਗਾ। ਅਸੀਂ ਤਾਂ ਸੁੱਖ ਮੰਗਣੀਏ ਦੇਸ਼ ਦੀ ਕਿ ਉੱਥੇ ਭਾਈਚਾਰਾ ਬਣਿਆ ਰਹੇ, ਪਰ ਹਾਲਾਤ ਇਸ਼ਾਰਾ ਕੁਛ ਹੋਰ ਕਰਦੇ ਆ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਭਾਈਚਾਰਾ ਬਣਿਆ ਰਹੇ, ਹਿੰਦੂ ਭਾਈਚਾਰਾ ਵੀ ਸਾਡਾ ਆਪਣਾ ਭਾਈਚਾਰਾ ਹੈਗਾ ਆ, ਅਸੀਂ ਉਹਨਾਂ ਦੇ ਲਈ ਦੁਆਵਾਂ ਮੰਗਦੇ ਆ। ਪਰ ਜਦੋਂ ਅਸੀਂ ਧਾਰਮਿਕ ਗੱਲਾਂ ਦੀ ਗੱਲ ਕਰਦੇ ਆ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਬਹੁਤ ਪਹੁੰਚਾਇਆ ਜਾਂਦਾ ਆ। ਹੁਣ ਜੇ ਅਸੀਂ ਸਿੱਖ ਧਰਮ ਦੀ ਗੱਲ ਕਰ ਲਈਏ, ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੈਗੇ ਆ। ਹੁਣ ਤੁਸੀਂ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਸਾਡੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਤੇ ਵੀ ਸਿੱਖ ਧਰਮ ਦੇ ਨਾਲ ਸਮਾਗਮ ਹੁੰਦੇ ਆ ਰਿਲੇਟਡ, ਤਾਂ ਉੱਥੇ ਜ਼ਰੂਰ ਪਹੁੰਚਦੇ ਆ। ਪਰ ਹੁਣ ਅਯੋਧਿਆ ਦੇ ਵਿੱਚ ਵੀ ਦੇਖਿਆ ਗਿਆ ਕਿ ਸਿੱਖ ਧਰਮ ਦੇ ਲੋਕ ਉੱਥੇ ਪਹੁੰਚੇ ਹੋਏ ਸਨ, ਬੜੀ ਵੱਡੀ ਮਾਤਰਾ ਦੇ ਵਿੱਚ ਲੋਕ ਪਹੁੰਚੇ ਹੋਏ ਸਨ, ਉੱਥੇ ਬਹੁਤ ਜ਼ਿਆਦਾ ਸੰਖਿਆ ਸੀ ਲੋਕਾਂ ਦੀ ਉੱਥੇ। ਉਹਨਾਂ ਦੇ ਵਿੱਚੋਂ ਇੱਕ ਜਿਹੜੇ ਗਿਆਨੀ ਇਕਬਾਲ ਸਿੰਘ ਜੀ ਆ, ਉਹ ਵੀ ਉੱਥੇ ਪਹੁੰਚੇ ਹੋਏ ਸੀ। ਪਰ ਹੁਣ ਉੱਥੋਂ ਜਿਹੜੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ, ਹੁਣ ਉਹਨਾਂ ਦਾ ਆਧਾਰ ਕੋਈ ਹੈ ਨਹੀਂ, ਉਹਨਾਂ ਦਾ ਕੋਈ, ਮੈਨੂੰ ਲੱਗਦਾ ਕੋਈ ਲਿਖਿਆ ਕਿਤੇ ਨਹੀਂ ਹੈਗਾ ਜਾਂ ਉਹਦਾ ਕੋਈ ਗਵਾਹ ਨਹੀਂ ਹੈਗਾ। ਉਹ ਜਿਹੜੀਆਂ ਭਾਵਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਉਹ ਹੁਣ ਪਤਾ ਨਹੀਂ ਉਹ ਕਿਹੜੀ ਹਿਸਟਰੀ ਚੱਕ ਕੇ ਕਿਹੜੀ ਬੁੱਕ ਪੜ੍ਹੀ ਹੈ। ਨਰਿੰਦਰ ਮੋਦੀ ਨੇ ਵੀ ਕਿਹਾ ਹੈਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਲਿਖੀ ਹੈਗੀ ਹੈ, ਫਿਰ ਗੁਰੂ ਨਾਨਕ ਦੇਵ ਜੀ ਲਵ ਕੁਸ਼ ਦੇ ਵੰਸ਼ ਦੇ ਵਿੱਚੋਂ ਹੈਗੇ। ਸੋ ਇਦਾਂ ਦੀਆਂ ਚੀਜ਼ਾਂ ਆਉਣੀਆਂ ਸਾਹਮਣੇ, ਹਿਸਟਰੀ ਨੂੰ ਤੋੜ ਮਰੋੜ ਕੇ ਪੇਸ਼ ਕਰਨਾ, ਗਲਤ ਢੰਗ ਨਾਲ ਪੇਸ਼ ਕਰਨਾ, ਇਹ ਕਿੱਥੋਂ ਦਾ ਮੈਨੂੰ ਲੱਗਦਾ ਹੈਗਾ, ਕਹਿ ਸਕਦੇ ਕਿ ਕਿੱਥੋਂ ਦਾ ਗੱਲ ਹੈਗੀ ਆ, ਜਾਂ ਕਿਵੇਂ ਇਹ ਗੱਲਾਂ ਸਾਹਮਣੇ ਆਈਆਂ ਨੇ, ਕਿਹੜੀ ਤਜਰਬੇ ਦੇ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ, ਕਿਹੜੀ ਗੱਲ ਦਾ ਆਧਾਰ ਮੰਨ ਕੇ ਇਹ ਗੱਲਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਇਸ ਭੂਮੀ ਪੂਜਨ ਵਾਲੇ ਦਿਨ। ਜੀ ਜੀ, ਹੁਣ ਜਿਵੇਂ ਤੁਸੀਂ ਆਪਾਂ ਪਹਿਲਾਂ ਵੀ ਮੈਂ ਗੱਲ ਕਹੀ ਹੈ ਨਾ ਕਿ ਸੁੱਖ ਤਾਂ ਮੰਗੀਏ ਦੇਸ਼ ਦੀ, ਕਿ ਸ਼ਾਂਤੀ ਦੇ ਨਾਲ ਆਪਸ ਵਿੱਚ ਭਾਈਚਾਰਾ ਬਣਿਆ ਰਹੇ, ਪਰ ਜਿਹੜੀਆਂ ਆਹ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਨੇ, ਇਹਨਾਂ ਨੇ ਸਵਾਲ ਤੇ ਸ਼ੰਕੇ ਖੜੇ ਕੀਤੇ ਆ। ਤੁਸੀਂ ਇੱਕ ਪਾਸੇ ਤਾਂ ਆਪਾਂ ਗੱਲ ਕਰਦੇ ਹਾਂ ਕਿ ਸਾਰਿਆਂ ਨੂੰ ਆਪੋ ਆਪਣੇ ਧਰਮ ਦੇ ਪ੍ਰਤੀ ਈਸਟ ਜਾਂ ਆਸਥਾ ਰੱਖਣ ਦੀ ਆਜ਼ਾਦੀ ਹੈ ਜੀ, ਪਰ ਦੂਜੇ ਪਾਸੇ ਤੁਹਾਡੀਆਂ ਗੱਲਾਂ 'ਚ ਸਾਫ਼ ਝਲਕਦਾ ਹੈ ਕਿ ਤੁਸੀਂ ਦੂਸਰੇ ਧਰਮਾਂ ਦੇ ਵਿੱਚ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਬਹੁਤ ਸਾਰੇ ਅਖਬਾਰਾਂ ਨੇ ਜਾਂ ਜਿਹੜੇ ਸੰਜੀਦਗੀ ਦੇ ਨਾਲ ਰਿਪੋਰਟਿੰਗ ਕਰਨ ਵਾਲੇ ਲੋਕ ਨੇ, ਜਾਂ ਵੱਡੀ ਚਾਹੇ ਟੈਲੀਗ੍ਰਾਫ ਦੀ ਗੱਲ ਕਰ ਲਈਏ, ਚਾਹੇ ਪ੍ਰਿੰਟ ਦੀ ਗੱਲ ਕਰ ਲਈਏ, ਚਾਹੇ ਆਪਾਂ ਹਿੰਦੂ ਦੀ ਗੱਲ ਕਰ ਲਈਏ, ਜਿਹੜੇ ਵੱਡੇ ਮੀਡੀਆ ਘਰਾਣੇ ਨੇ ਜਿਹੜੇ ਸਪਸ਼ਟ ਰਿਪੋਰਟਿੰਗ ਕਰਦੇ ਨੇ, ਮੈਂ ਉਹਨਾਂ ਦੀ ਨਹੀਂ ਗੱਲ ਕਰਦਾ ਜਿਹੜੇ ਉਹ ਟੁਕੜਬੋਚ ਨੇ ਜਾਂ ਫਿਰ ਨਚਾਰ ਟਾਈਪ ਨੱਚਣ ਵਾਲੇ ਨੇ, ਰੌਲਾ ਪਾਉਣ ਵਾਲੇ, ਉਹਨਾਂ ਦੀ ਗੱਲ ਨਹੀਂ, ਉਹ ਤਾਂ ਵਿਕਾਊ ਟਾਈਪ ਲੋਕ ਨੇ। ਹੁਣ ਉਹਨਾਂ ਨੇ ਲਿਖਿਆ ਕਿ ਇਹ ਜਦੋਂ ਭਗਵਾਨ ਰਾਮ ਦਾ ਇੱਕ ਪਾਸੇ ਨੀਂਹ ਪੱਥਰ ਰੱਖਿਆ ਜਾ ਰਿਹਾ, ਇੱਕ ਪਾਸੇ ਤਾਂ ਉਹ ਸਰਬੰਸ ਸਾਰਾ ਕੁਛ ਦੁਨੀਆ ਨੂੰ ਜਾਣਦੀ ਹੈ, ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਬੀਜੇਪੀ 'ਚ ਸ਼ਾਮਲ ਕਰ ਰਿਹਾ ਰਾਮਚੰਦਰ ਜੀ ਨੂੰ। ਹੁਣ ਉਸ ਤੋਂ ਬਾਅਦ 'ਚੋਂ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਇਹ ਜਿਹੜੀ ਇਸ ਤਰ੍ਹਾਂ ਦੀ ਗੱਲ ਕਰਨੀ ਗੁਰੂ ਗੋਬਿੰਦ ਸਿੰਘ ਜੀ ਬਾਰੇ, ਉਹਨਾਂ ਨੂੰ ਕਿੱਥੋਂ ਤਰਕ ਹੈ, ਕਿੱਥੋਂ ਦਾ, ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਇਹ ਤਾਂ ਗੱਲ ਬੜੀ ਮਸ਼ਹੂਰ ਹੈ ਕਿ ਉਹ ਜਗਰਾਫੀਕਲੀ ਕੁਛ ਵੀ ਚੇਂਜ ਕਰ ਸਕਦੇ ਆ, ਕਿਉਂਕਿ ਉਹਨਾਂ ਦੀ ਜਿਹੜੇ ਵੇਲੇ ਦੀ ਡਿਗਰੀ ਕੀਤੀ ਹੋਈ ਹੈ ਉਹ ਕੰਪਿਊਟਰਾਈਜ਼ਡ ਡਿਗਰੀ ਹੈ, ਤੇ ਉਦੋਂ ਕੰਪਿਊਟਰ ਹੁੰਦੇ ਨਹੀਂ ਸੀ। ਸੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਆਸਾਂ ਕੀਤੀਆਂ ਜਾ ਸਕਦੀਆਂ ਨੇ ਕਿ ਪਹਿਲਾਂ ਉਹ MA ਕਰ ਲੈਂਦੇ ਆ, ਬਾਅਦ ਚੋਂ ਗ੍ਰੈਜੂਏਸ਼ਨ ਕਰਦੇ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣੀਆਂ। ਫਿਰ ਰਹਿੰਦੀ ਕਸਰ ਇਹ ਕਿ ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਉੱਥੇ ਕਾਲ ਕੀਤੀ ਗਈ, ਅਕਾਲ ਤਖਤ ਦੇ ਜਥੇਦਾਰ ਨੂੰ ਵੀ ਉੱਥੇ ਕਾਲ ਕੀਤੀ ਗਈ। ਅਕਾਲ ਤਖਤ ਦੇ ਜਥੇਦਾਰ ਨੇ ਤਾਂ ਇਸ ਕਰਕੇ ਇਸ ਗੱਲ ਤੋਂ ਆਪਣਾ ਪਾਸਾ ਵੱਟ ਲਿਆ ਕਿਉਂਕਿ ਉੱਥੇ ਦੋ ਧਰਮਾਂ ਦਾ ਆਪਸ ਵਿੱਚ ਜੇ ਕਿਤੇ ਵੀ ਹੋਵੇ ਤਾਂ ਜਾਣਾ ਚਾਹੀਦਾ ਇੱਕ ਦੂਸਰੇ ਦੇ ਧਰਮ 'ਚ, ਪਰ ਉੱਥੇ ਇੱਕ ਕਲੈਸ਼ ਹੈ, ਸਾਨੂੰ ਧਿਰ ਨਹੀਂ ਬਣਨਾ ਚਾਹੀਦਾ, ਉੱਥੇ ਨਹੀਂ ਗਿਆ। ਪਰ ਪਟਨਾ ਸਾਹਿਬ ਦਾ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਉੱਥੇ ਪਹੁੰਚਦਾ। ਗਿਆਨੀ ਇਕਬਾਲ ਸਿੰਘ ਤੇ ਪਹਿਲਾਂ ਵੀ ਇਸ ਗੱਲ ਦੇ ਦੋਸ਼ ਨੇ ਕਿ ਇਹ RSS ਦੇ ਇਸ਼ਾਰੇ ਤੇ ਬਹੁਤ ਕੰਮ ਕਰਦੇ ਆ। ਗਿਆਨੀ ਇਕਬਾਲ ਸਿੰਘ ਦੀ ਜੇਕਰ ਕਰੈਕਟਰ ਤੇ ਨਿਗਾਹ ਮਾਰ ਕੇ ਦੇਖੀਏ ਤਾਂ ਐਡਾ ਤਕੜਾ ਕਰੈਕਟਰ ਹੈ ਕਿ ਉਸ ਦੇ ਆਪਦੇ ਘਰ ਦੇ ਵਿੱਚ ਉਹਦਾ ਜਲੂਸ ਨਿਕਲਿਆ ਰਹਿੰਦਾ। ਤਿੰਨ ਵਿਆਹਾਂ ਦਾ ਦੋਸ਼ ਵੀ ਗਿਆਨੀ ਇਕਬਾਲ ਸਿੰਘ ਤੇ ਲੱਗਦਾ। ਔਰ ਫਿਰ ਇੱਕ ਸਮਾਗਮ ਇਸ ਤਰ੍ਹਾਂ ਦਾ ਵੀ ਸੀ, ਜਦੋਂ ਗਿਆਨੀ ਇਕਬਾਲ ਸਿੰਘ ਸਮਾਗਮ ਮਨਾ ਰਿਹਾ ਸੀ, ਉੱਥੇ ਗੁੱਥੀ ਹੋ ਗਏ, ਪੱਗ ਢਹਿ ਕੇ ਗਲ 'ਚ ਪੈ ਗਈ। ਉਹੀ ਢਹੀ ਹੋਈ ਪੱਗ ਨਾਲ ਥਾਣੇ ਜਾ ਕੇ ਇੱਕ ਮੁਨਸ਼ੀ ਦੇ ਸਾਹਮਣੇ ਇੱਕ ਅਕਾਲ ਤਖਤ ਦਾ ਇੱਕ ਤਖਤ ਦਾ ਜਥੇਦਾਰ ਮਿੰਨਤਾਂ ਕਰ ਰਿਹਾ। ਗਿਆਨੀ ਇਕਬਾਲ ਸਿੰਘ ਤੇ ਬਹੁਤ ਦੋਸ਼ ਨੇ ਅਰਸ਼ੀ। ਸੋ ਉਸ ਦਾ ਕੋਈ ਬਹੁਤਾ ਕਰੈਕਟਰ ਨਹੀਂ ਹੈ। ਹੁਣ ਉਸ ਦਾ ਉੱਥੇ ਜਾਣਾ, ਫਿਰ ਉਹਦਾ ਇਹ ਗੱਲਾਂ ਬੋਲਣੀਆਂ ਕਿ ਗੁਰੂ ਨਾਨਕ ਦੇਵ ਜੀ ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਲਵ ਕੁਸ਼ ਦੇ ਵੰਸ਼ ਚੋਂ ਨੇ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ਼ਾਰਾ ਕਰਦੀਆਂ ਨੇ ਕਿ ਕਿਸੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ, ਗਿਣੇ ਮਿੱਥੇ ਪ੍ਰੋਗਰਾਮ ਦੇ ਤਹਿਤ ਇਸ ਤਰ੍ਹਾਂ ਦੇ ਮੂਹਰੇ ਲਾ ਕੇ ਲੋਕਾਂ ਨੂੰ ਧਰਮ ਦੇ ਵਿੱਚ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੁਣ ਉਹ ਕੋਸ਼ਿਸ਼ ਕਰਨਗੇ। ਹੁਣ ਸੁਚੇਤ ਹੋਣਾ ਸਿੱਖ ਧਰਮ ਨੂੰ ਜਾਂ ਦੂਸਰਿਆਂ ਨੂੰ ਆਪਣੇ ਪ੍ਰਤੀ ਹੈ। ਜਿਵੇਂ ਮੈਂ ਪਹਿਲਾਂ ਇੱਕ ਵਾਰੀ ਤੁਹਾਡੇ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਖੁਦ ਹੀ ਕੋ ਕਰ ਬੁਲੰਦ ਤਰ੍ਹਾਂ ਕਿ ਹਰ ਤਹਿਰੀਰ ਸੇ ਪਹਿਲੇ ਖੁਦਾ ਬੰਦੇ ਕੋ ਖੁਦ ਪੁੱਛੇ ਤੇਰੀ ਰਜ਼ਾ ਗਿਆ ਹੈ। ਹੁਣ ਆਪਣੇ ਆਪ ਨੂੰ ਖੁਦ ਨੂੰ ਸਟਰੋਂਗ ਕਰਨਾ ਪੈਣਾ। ਇਹ ਨਹੀਂ ਹੈ ਵੀ ਹਾਂਜੀ ਕਈ ਜਗ੍ਹਾ ਜੀ ਹਾਂਜੀ ਉਹ ਤਾਂ ਬੜੇ ਮਾੜੇ ਆ ਜੀ, ਉਹ ਇਸ ਤਰ੍ਹਾਂ ਕਰਦੇ ਆ ਜੀ, ਸਾਨੂੰ ਚਲੇ ਗਏ ਜੀ। ਜਿਵੇਂ ਸਾਡੀ ਮਾਨਸਿਕਤਾ ਨਾ ਭਾਰਤੀਆਂ ਦੀ, ਜਦੋਂ ਗੋਰੇ ਆਏ 17ਵੀਂ ਸਦੀ ਸ਼ੁਰੂ ਹੋਣ ਲੱਗੀ, ਇੱਥੇ ਹੁਣ ਤਾਂ ਹੀ ਰੋਈ ਜਾਂਦੇ ਆ ਓਕੇ ਜੀ ਗੋਰੇ ਬੜੇ ਮਾੜੇ ਸੀ, ਉਹ ਆ ਕੇ ਸਾਡੇ ਤੇ ਰਾਜ ਕਰ ਗਏ। ਜਦੋਂ ਆਏ ਸੀ ਉਹ ਤਾਂ 200-400 ਹੀ ਸੀ, ਤੁਸੀਂ ਤਾਂ ਉਦੋਂ ਵੀ 10-20 ਕਰੋੜ ਸੀਗੇ। ਜੇ 200-400 ਬੰਦਾ 10-20 ਕਰੋੜ ਤੇ ਰਾਜ ਕਰਦਾ, ਮੂਰਖਤਾ ਤੁਹਾਡੀ ਆ, ਉਹਨਾਂ ਦੀ ਨਹੀਂ। ਇਸ ਕਰਕੇ ਸਿੱਖ ਕੌਮ ਨੂੰ ਸੁਚੇਤ ਹੋਣ ਲੋੜ ਹੈ। ਬਿਲਕੁਲ ਨਾਲ ਹੁਣ ਤੁਹਾਡੀ ਗੱਲਾਂ ਚੋਂ ਮੈਨੂੰ ਇਹ ਵੀ ਗੱਲ ਆਈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਬਹੁਤ ਵਾਰੀ ਰਾਮ ਸ਼ਬਦ ਆਉਂਦਾ ਜੀ। ਉਹਨਾਂ ਨੇ ਉਹ ਰਾਮ ਸ਼ਬਦ ਰਾਮਚੰਦਰ ਜੀ ਨਾਲ ਰਲਾ ਲਿਆ ਹੈਗਾ ਆ ਜੀ, ਕਿ ਉਹ ਉਹਨਾਂ ਦੇ ਰਿਲੇਟਡ ਹੈਗਾ ਆ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਪਰ ਇਹਦੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਸੁਚੇਤ ਹੋਣ ਦੀ ਲੋੜ ਹੈਗੀ ਆ, ਸਾਨੂੰ ਦੱਸਣ ਦੀ ਲੋੜ ਹੈਗੀ ਹੈ ਕਿ ਅਸਲ ਦੇ ਵਿੱਚ ਕੀ ਇਤਿਹਾਸ ਹੈਗਾ, ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ, ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਨਾਲ ਜ਼ਿਆਦਾ ਅਟੈਚਮੈਂਟ ਹੈਗੀ ਹੈ, ਜਿਨ੍ਹਾਂ ਨੇ ਇਹੀ ਖਬਰ ਸੁਣ ਕੇ ਪੱਕੇ ਹੋ ਜਾਣਾ ਹੈ। ਜਦੋਂ ਉਹਨਾਂ ਨੇ ਕੋਈ ਇਦਾਂ ਦੀ ਸਟੇਟਮੈਂਟ ਸੁਣਨੀ ਆ, ਉਹਨਾਂ ਨੇ ਕਹਿਣਾ ਕਿ ਹਾਂਜੀ ਸਾਡੇ ਪ੍ਰਧਾਨ ਮੰਤਰੀ ਬੋਲ ਰਹੇ ਨੇ, ਉੱਥੇ ਹੋ ਰਿਹਾ ਹੈਗਾ। ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈਗੀ ਹੈ, ਐਕਸ਼ਨ ਲੈਣ ਦੀ ਲੋੜ ਹੈਗੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਪਰ ਹਰਪ੍ਰੀਤ ਜੀ ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਇਸ ਤਰ੍ਹਾਂ ਹੀ ਜਾਰੀ ਰਹੇਗਾ, ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਸਾਂਝਾ ਟੀਵੀ। ਮੁੜਦੇ ਆ ਇੱਕ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ, ਤੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪਹੁੰਚੇ ਹੋਏ ਨੇ ਹਰਪ੍ਰੀਤ ਸਿੰਘ ਧਾਲੀਵਾਲ ਜੀ। ਸੋ ਮਿਸਟਰ ਧਾਲੀਵਾਲ, ਆਪਾਂ ਬ੍ਰੇਕ ਤੋਂ ਪਹਿਲਾਂ ਕਾਫੀ ਤਾਜ਼ਾ ਮੁੱਦੇ ਜਿਹੜੇ ਸੀ ਉਹਨਾਂ ਬਾਰੇ ਗੱਲ ਕੀਤੀ, ਪਰ ਹੁਣ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਮਾਂ ਪਹਿਲਾਂ, ਜੇ ਤੁਹਾਨੂੰ ਯਾਦ ਹੋਵੇ ਤਾਂ ਤੁਸੀਂ ਉਹੀ ਗੱਲ ਕੀਤੀ ਸੀਗੀ ਕਿ ਜਿਹੜੇ ਮੋਦੀ ਹੈ ਨਾ ਉਹ ਝੂਠ ਬੋਲ ਰਹੇ ਨੇ, ਪੱਕੇ ਤੌਰ ਤੇ ਝੂਠ ਬੋਲ ਰਹੇ ਨੇ। ਤੇ ਉਹ ਬੋਲ ਰਹੇ ਨੇ ਮਾਮਲੇ ਦੇ ਵਿੱਚ ਚੀਨ ਦੇ, ਜੋ ਭਾਰਤ ਦੇ ਵਿੱਚ ਘੁਸਪੈਠ ਹੋਈ ਸੀ ਉਹਦੇ ਮਾਮਲੇ ਦੇ ਵਿੱਚ। ਤੇ ਉਹ ਝੂਠ ਜਿਹੜਾ ਹੈਗਾ, ਉਹ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ, ਤੇ ਉਹ ਪਰਦਾਫਾਸ਼ ਹੋ ਗਿਆ ਹੈ। ਕੀ ਸਟੋਰੀ ਹੈ? ਅਸਲ ਤਾਂ ਇੱਕ ਵਸੀਮ ਬਰੇਲਵੀ ਬੜਾ ਜ਼ਬਰਦਸਤ ਸ਼ਾਇਰ ਹੋਇਆ, ਉਸ ਦੀ ਇੱਕ ਤੁਕ ਬੜੀ ਬਾਕਮਾਲ ਹੈ ਜਿਹੜੀ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਤੇ ਇਹਨਾਂ ਦਿਨਾਂ 'ਚ ਢੁਕਦੀ ਹੈ। वो झूठ बोल रहा था बड़े सलीके से, मैं एतवार ना करता तो और क्या करता। ਹੁਣ ਸਾਡੇ ਦੇਸ਼ ਦੇ ਰਾਜਨੀਤਿਕ ਲੋਕ ਝੂਠ ਦੀ ਦੁਕਾਨ ਤਾਂ ਚਲਾਉਂਦੇ ਆਪਾਂ ਨੂੰ ਪਤਾ, ਪਰ ਦੇਸ਼ ਦੀ ਜਿੱਥੇ ਹਿੱਤਾਂ ਦੀ ਗੱਲ ਹੋਵੇ, ਜਿੱਥੇ ਸੁਰੱਖਿਆ ਦੀ ਗੱਲ ਹੋਵੇ, ਜਦੋਂ ਤੁਸੀਂ ਉੱਥੇ ਝੂਠ ਬੋਲਦੇ ਹੋ ਤਾਂ ਉਸ ਤੋਂ ਵੱਡਾ ਕਿਰਤ ਘਣ ਕੋਈ ਨਹੀਂ। ਚਾਈਨਾ ਨੇ ਭਾਰਤ ਦੇ ਵਿੱਚ ਘੁਸਪੈਠ ਕੀਤੀ। ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਡਿਫੈਂਸ ਦੇ ਨਾਲ ਜੁੜੇ ਹੋਏ ਸੀ ਜਾਂ ਡਿਫੈਂਸ ਦੇ ਸੰਬੰਧ ਵਿੱਚ ਵੱਖ-ਵੱਖ ਐਡੀਟੋਰੀਅਲ ਜਾਂ ਅਖਬਾਰਾਂ 'ਚ ਲਿਖਦੇ ਸੀ, ਜਦੋਂ ਉਹਨਾਂ ਨੇ ਜ਼ਿਕਰ ਕਰਨਾ ਅਰਸ਼ ਜੀ ਸ਼ੁਰੂ ਕੀਤਾ ਤਾਂ ਸਾਡੇ ਦੇਸ਼ ਦੇ ਵਿੱਚ ਇੱਕ ਕ੍ਰੀਏਟ ਕੀਤੀ ਹੋਈ ਆਈਟੀ ਦੀ ਜਿਹੜੀ ਫੌਜ ਹੈ, ਜਿਹਨੂੰ ਸ਼ਾਇਦ ਇੱਕ ਟਵੀਟ ਕਰਨ ਦਾ ਜਾਂ ਕਰਨ ਦਾ 2-2 ਰੁਪਏ 3-3 ਰੁਪਏ ਮਿਲਦੇ ਆ, ਉਹਨਾਂ ਨੂੰ ਖੁੱਲ੍ਹੇ ਛੱਡ ਦਿੱਤਾ ਗਿਆ। ਉਹਨਾਂ ਨੇ ਉਹ ਲੋਕ ਜਿਹੜਿਆਂ ਨੇ ਕੁਰਬਾਨੀਆਂ ਆਪਣੇ ਦੇਸ਼ ਵਾਸਤੇ, ਵੱਡੇ ਵੱਡੇ ਕਰਨੈਲਾਂ ਨੇ ਆਪਣੇ ਦੇਸ਼ ਵਾਸਤੇ ਇੰਨੇ ਸਾਲ ਫੌਜ ਦੇ ਵਿੱਚ ਸੇਵਾ ਕੀਤੀ, ਉਹਨਾਂ ਨੂੰ ਦੇਸ਼ ਧਰੋਹ, ਦੇਸ਼ ਦੇ ਦੁਸ਼ਮਣ ਇਹ ਗਰਦਾਨਣ ਤੋਂ ਬਿਲਕੁਲ ਪਿੱਛੇ ਨਹੀਂ ਹਟੇ। ਉਸ ਵੇਲੇ ਹੁਣ ਜਿਹੜੀ ਗੱਲ ਤੁਸੀਂ ਇਹ ਜ਼ਿਕਰ ਕੀਤਾ ਹੈ ਕਿ ਉਹ ਝੂਠ ਕਿਉਂ ਬੋਲ ਰਹੇ ਨੇ, ਉਹ ਇੱਕ ਨਵਾਂ ਇਨਸਾਫ ਇਸ ਗੱਲ ਦਾ ਹੋਇਆ। ਇਨਸਾਫ ਇਹ ਹੋਇਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਚਾਈਨਾ ਦੇ ਸੰਬੰਧ 'ਚ ਗੱਲ ਚੱਲੀ, ਮੀਡੀਆ ਨੇ ਪੁੱਛਿਆ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬੜੇ ਸਾਲੀਨ ਤੇ ਸਲੀਕੇ ਨਾਲ, ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ, ਟੀਵੀ ਤੇ ਆਏ। ਟੀਵੀ ਤੇ ਆ ਕੇ ਉਹਨੇ ਕਿਹਾ ਕਿ ਨਾ ਤਾਂ ਕੋਈ ਘੁਸਪੈਠ ਹੁਈ ਹੈ, ਨਾ ਹੀ ਕੋਈ ਘੁਸਪੈਠ ਕਰ ਸਕਤਾ ਹੈ। ਸੋ ਦੇਸ਼ ਦਾ ਫਰਜ਼ ਸੀ ਕਿ ਦੇਸ਼ ਦਾ ਮੁਖੀ, ਘਰ ਦਾ ਲਾਣੇਦਾਰ ਸਾਡੇ ਨਾਲ ਗੱਲ ਕਰ ਰਿਹਾ, ਅਸੀਂ ਇਹਦੀ ਗੱਲ ਮੰਨੀਏ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬੜਾ ਸੋਲਿਡ ਹੈ, 36 ਇੰਚ ਦੀ ਛਾਤੀ ਹੈ, ਇੱਧਰ ਨੂੰ ਕੋਈ ਝਾਕ ਨਹੀਂ ਸਕਦਾ। ਬਹੁਤ ਸਾਰੇ ਟੀਵੀ ਚੈਨਲਾਂ ਨੇ ਇਸ ਦੇ ਵਿੱਚ ਵਿਰੋਧੀ ਪਾਰਟੀ ਨੂੰ ਕਟਹਿਰੇ 'ਚ ਖੜਾ ਕੀਤਾ ਕਿ ਇਹ ਤਾਂ ਜੀ ਦੇਸ਼ ਦੇ ਵਿਰੋਧੀ ਲੋਕ ਨੇ, ਇਹ ਦੇਸ਼ ਦੇ ਹਿੱਤ ਦੀ ਗੱਲ ਨਹੀਂ ਕਰਦੇ, ਇਹ ਰਾਸ਼ਟਰਵਾਦ ਦੀ ਗੱਲ ਨਹੀਂ ਕਰਦੇ। ਕੋਈ ਕਹਿੰਦਾ ਰਾਹੁਲ ਗਾਂਧੀ ਪਾਕਿਸਤਾਨ ਦੀ ਹੱਥਾਂ 'ਚ ਖੇਡ ਰਿਹਾ ਹੈ, ਕੋਈ ਕਹਿੰਦਾ ਜੀ ਵਿਰੋਧੀ ਪਾਰਟੀਆਂ ਚਾਈਨਾ ਦੀ ਸ਼ਹਿ 'ਤੇ ਸਾਰਾ ਕੁਝ ਕਰ ਰਹੀਆਂ ਨੇ। ਬਹੁਤ ਰੌਣ ਰੱਪਾ ਉਹਦੇ ਵਿੱਚ ਪਿਆ। ਹੁਣ ਹੋਇਆ ਕੀ ਹੈ ਕਿ ਆਪਦੀ ਹੀ ਜਿਹੜੀ ਐਮਓਡੀ ਹੈ, ਮਿਨਿਸਟਰੀ ਆਫ ਡਿਫੈਂਸ ਹੈ ਜਿਹੜੀ ਭਾਰਤ ਦੀ, ਉਸ ਦੀ ਇੱਕ ਵੈਬਸਾਈਟ ਹੈ।
ਵੈਬਸਾਈਟ ਤੇ ਇੱਕ ਜਾਣਕਾਰੀ ਪਾਈ ਗਈ, ਉਹ ਪਾਈ ਗਈ ਜਾਂ ਗਲਤੀ ਨਾਲ ਪੈ ਗਈ ਜਾਂ ਫਿਰ ਕਿਹਦੀ ਬਲੀ ਲਊਗੀ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਉਸ ਦੇ ਵਿੱਚ ਇਹ ਇਨਸਾਫ ਕੀਤਾ ਗਿਆ ਕਿ ਮਈ ਦੇ ਸਟਾਰਟਿੰਗ ਦੇ ਵਿੱਚ ਕੁਝ ਜਿਹੜੇ ਸਾਡੇ ਖਾਸ ਤੌਰ ਤੇ ਪਾਰਟਿਕੂਲਰ ਏਰੀਆ ਨੇ, ਉਹ ਹੈਗਾ ਜੀ ਕੋਗਰਾਂਗ ਨਾਲਾ ਪੈਂਦਾ ਹੈ, ਇੱਕ ਗੋਗਰਾ, ਇੱਕ ਪੈਂਡੋਂਗ ਜਾਂ ਗੁਲਵਾਨ, ਇਸ ਦੇ ਵਿੱਚ ਚਾਈਨੀਜ਼ ਫੌਜਾਂ ਸਾਡੇ ਅੰਦਰ ਐਂਟਰ ਹੋਈਆਂ। ਜੇਕਰ ਡਿਫੈਂਸ ਮਿਨਿਸਟਰੀ ਇਹ ਕਹਿੰਦੀ ਹੈ ਕਿ ਸਾਡੇ ਐਂਟਰ ਹੋਈਆਂ, ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਕਿਹੜੇ ਮੂੰਹ ਨਾਲ ਕਹਿ ਰਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚ 1 ਇੰਚ ਕੋਈ ਨਹੀਂ ਅੰਦਰ ਆ ਸਕਦਾ? ਦੇਸ਼ ਦਾ ਡਿਫੈਂਸ ਮਿਨਿਸਟਰ ਵੀ ਇਹ ਕਹਿ ਰਿਹਾ ਕਿ ਸਾਡਾ 1 ਇੰਚ ਸਾਡੇ ਅੰਦਰ ਕੋਈ ਨਹੀਂ ਆ ਸਕਦਾ। ਹੁਣ ਉਹ ਜਦੋਂ ਇਹ ਰਿਪੋਰਟ ਸਾਹਮਣੇ ਆਈ, ਬਹੁਤ ਸਾਰੇ ਪੱਤਰਕਾਰਾਂ ਨੇ ਤੇ ਮੀਡੀਆ ਘਰਾਣਿਆਂ ਨੇ ਜਦੋਂ ਚੱਕ ਲਈ, ਫਿਰ ਸਰਕਾਰ ਦੇ ਹੱਥ ਪੈਰ ਫੁੱਲ ਗਏ। ਫਿਰ ਭੱਜ ਨੱਠ ਕਰਕੇ ਉਸ ਵੈਬਸਾਈਟ ਨੂੰ ਬੰਦ ਕੀਤਾ ਗਿਆ। ਪਰ ਜਦੋਂ ਇੱਕ ਵਾਰੀ ਮੂੰਹੋਂ ਨਿਕਲੀ ਗੱਲ, ਜਦੋਂ ਨਿਕਲਿਆ ਤੀਰ ਤੇ ਗੱਲ ਵਾਪਸ ਨਹੀਂ ਆਉਂਦੇ ਹੁੰਦੇ ਜੀ। ਹੁਣ ਉਹ ਸਾਰਾ ਕੁਝ ਆ ਗਿਆ। ਉਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਦੋਂ ਮਾਈਕ ਤੇ ਆ ਕੇ ਸੋਹਣੇ ਕੱਪੜੇ ਪਾ ਕੇ ਸਲੀਕੇ ਨਾਲ ਬੋਲਣਾ ਸ਼ੰਕੇ 'ਚ ਖੜਾ ਹੋ ਗਿਆ ਕਿ ਇਹ ਇੰਨਾ ਝੂਠ ਇੰਨੇ ਕੌਨਫੀਡੈਂਸ ਨਾਲ ਬੋਲ ਲੈਂਦੇ ਆ ਜੀ। ਜਿੱਥੇ ਜਿੱਥੇ ਤੁਸੀਂ ਵਿਰੋਧੀ ਪਾਰਟੀਆਂ ਦੇ ਖਿਲਾਫ ਤੁਹਾਡੇ ਪ੍ਰਚਾਰਕ ਪ੍ਰਸਾਰਕ ਸਾਰੇ ਦੇ ਸਾਰੇ ਲੱਗੇ ਹੋਏ ਆ ਕਿ ਉਹ ਵਿਰੋਧੀ ਨੇ ਜਾਂ ਵਿਦਰੋਹੀ ਨੇ, ਪਰ ਤੁਸੀਂ ਇਹ ਗਲਤ ਇਨਫੋਰਮੇਸ਼ਨ ਦੇ ਰਹੇ ਹੋ। ਹੁਣ ਇਸ ਮਾਮਲੇ 'ਚ ਬਹੁਤ ਸਾਰਾ ਅੱਗੇ ਜਾ ਕੇ ਕੰਮ ਜਿਹੜਾ ਰਾਮ ਰੌਲਾ ਇਸ ਗੱਲ ਦਾ ਪੈਣਾ ਹੋਇਆ ਕੀ ਸੀ ਕਿ ਜਦੋਂ ਚਾਈਨਾ ਸਾਡੀ ਆਰਮੀ ਸਾਡੇ ਅੰਦਰ ਆਈ ਤਾਂ ਇਹ ਗੱਲਾਂ ਅਖਬਾਰਾਂ ਦੇ ਵਿੱਚ ਛਪੀਆਂ ਜਾਂ ਮੀਡੀਆ ਦੇ ਵਿੱਚ ਚੈਨਲਾਂ ਤੇ ਬੜਾ ਹੋਇਆ ਕਿ ਅਜੀਤ ਡੋਵਾਲ ਸਾਹਿਬ ਨੇ ਚਾਈਨਾ ਦੇ ਨਾਲ 2 ਘੰਟੇ ਗੱਲ ਕੀਤੀ ਤੇ ਉਹ ਰਾਜੀ ਹੋ ਗਏ ਕਿ ਅਸੀਂ ਤਾਂ ਆਪਣੀਆਂ ਫੌਜਾਂ ਵਾਪਸ ਲੈ ਕੇ ਜਾ ਰਹੇ ਹਾਂ। ਹਾਲਾਂਕਿ ਸੱਚਾਈ ਅਰਸ਼ ਜੀ ਇਹ ਹੈ ਕਿ ਚਾਈਨੀਜ਼ ਫੌਜ ਫਿੰਗਰ 5 ਤੇ ਅਜੇ ਵੀ ਬੈਠੀ ਹੈ ਔਰ ਜਿਹੜੀਆਂ ਗੱਲਾਂ ਮੀਡੀਆ 'ਚ ਦਿਖਾਈਆਂ ਜਾ ਰਹੀਆਂ ਨੇ ਉਹ ਹੋਰ ਕੁਝ ਦਿਖਾਈਆਂ, ਮੈਨੇਜ ਕੀਤਾ ਜਾ ਰਿਹਾ ਹੈ। ਸੱਚਾਈ ਛੁਪ ਨਹੀਂ ਸਕਦੀ, ਹੈ ਨਾ। ਉਹ ਕਦੋਂ ਕੁ ਤੱਕ ਤੁਸੀਂ ਛੁਪਾਉਣ ਦੀ ਕੋਸ਼ਿਸ਼ ਕਰੋਗੇ, ਤੇ ਨਾ ਹੀ ਕਾਗਜ਼ੀ ਫੁੱਲਾਂ ਜੋ ਕਦੇ ਫ੍ਰੈਗਰੈਂਸ ਆਉਂਦੀ ਹੁੰਦੀ ਹੈ। ਸੋ ਕਦੋਂ ਤੱਕ ਅਸੀਂ ਜਾਲੀ ਫੁੱਲ ਬਣਾ ਕੇ ਪੇਸ਼ ਕਰਦੇ ਰਹਾਂਗੇ। ਸੋ ਇਹ ਸਾਨੂੰ ਸਮਝ ਲੈਣਾ ਚਾਹੀਦਾ, ਸਾਨੂੰ ਮੰਨ ਲੈਣਾ ਚਾਹੀਦਾ ਸੀ, ਸਾਨੂੰ ਦੇਸ਼ ਨੂੰ ਦੱਸਣਾ ਚਾਹੀਦਾ ਸੀ ਕਿ ਹਾਂ ਇਸ ਤਰ੍ਹਾਂ ਦੀ ਗੱਲ ਹੋਈ ਹੈ। ਹਾਂ, ਸਾਡੀਆਂ ਡਿਫੈਂਸ ਫੋਰਸਿਸ ਨੇ ਜਿਹੜੀਆਂ ਉਹ ਖੜੀਆਂ ਨੇ, ਉਹ ਲੜਨਗੀਆਂ, ਉਹ ਮਰਦੀਆਂ ਨੇ ਤੇ ਮਰਨਗੀਆਂ, ਵਿਚਾਰੇ ਹਮੇਸ਼ਾ ਹੀ ਇਸ ਗੱਲ ਤੋਂ ਰਹੇ ਨੇ। ਪਰ ਜਿਹੜਾ ਗੁੰਮਰਾਹ ਕਰਨ, ਜਿਹੜਾ ਇੱਕ ਪਾਲਿਸੀ ਬਣਾ ਲਈ ਗਈ ਹੈ ਲਿਪਾ ਪੋਤੀ ਕਰਨ ਦੀ, ਜਿਸ ਤਰੀਕੇ ਨਾਲ ਪਹਿਲਾਂ ਡੀਮੋਨੀਟਾਈਜੇਸ਼ਨ ਦੇ ਵਿੱਚ ਦੇਸ਼ ਦਾ ਲੱਕ ਟੁੱਟ ਗਿਆ, ਪਰ ਸਾਡੀ ਉਸ ਫੇਲੀਅਰ ਨੂੰ ਇੱਕ ਫੈਸਟੀਵਲ ਦੇ ਤੌਰ ਤੇ ਮਨਾਉਂਦੇ ਗਏ ਵੀ ਵਾਹ ਜੀ ਵਾਹ ਸਾਹਿਬ ਝੂਠ ਬੋਲ ਰਹੇ ਨੇ ਤੇ ਭਗਤ ਉਹਦੀ ਸਫਾਈ ਦਿੰਦੇ ਚ ਆਪਣਾ ਗਲ ਸੁਕਾਈ ਬੈਠੇ ਆ। ਉਹਨਾਂ ਨੂੰ ਸਮਝ ਨਹੀਂ ਆਉਂਦੀ, ਉਹ ਵਿਚਾਰੇ ਕੋਈ ਤਰਕ ਦਿੰਦੇ ਆ, ਕਦੇ ਕੋਈ ਤਰਕ ਦਿੰਦੇ ਆ। ਸੋ ਦੇਸ਼ ਨੂੰ ਜਿਹੜਾ ਹੈ ਗੁੰਮਰਾਹ ਕਰਨ ਦੀ ਇਹ ਗੱਲ ਚੱਲ ਰਹੀ। ਇਹੀ ਗੱਲ ਜਿਹੜੀ ਹੁਣ ਤੁਸੀਂ ਕਹੀ ਸੀ ਕੁਝ ਦਿਨ ਪਹਿਲਾਂ ਇਸੇ ਪ੍ਰੋਗਰਾਮ 'ਚ ਇੱਥੇ ਬੈਠ ਕੇ ਆਪਾਂ ਨੇ ਕਹੀ ਸੀ ਕਿ ਇਸ ਡਾਟੇ ਦੇ ਮੁਤਾਬਕ ਜਿਹੜੇ ਇਹ ਡਿਫੈਂਸ ਨੂੰ ਜਾਣਨ ਵਾਲੇ ਲੋਕ ਨੇ, ਉਸ ਮਾਮਲੇ 'ਚ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਗਲਤ ਜਾਣਕਾਰੀ ਦੇ ਰਹੇ ਨੇ। ਹੁਣ ਇਹ ਸਾਰੀਆਂ ਗੱਲਾਂ ਸਾਬਤ ਹੋ ਗਈਆਂ ਨੇ। ਇਸ ਮਾਮਲੇ ਦੇ ਵਿੱਚ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਕੀ ਇਹ ਸਫਾਈ ਮੰਨਣਗੇ, ਜਾਂ ਫਿਰ ਦੇਸ਼ ਦਾ ਮੀਡੀਆ ਜਿਹੜਾ ਇੱਕ ਪਾਸੜ ਹੈ, ਜਿਹੜਾ ਹਮੇਸ਼ਾ ਹੀ ਵਿਰੋਧੀ ਧਿਰਾਂ ਨੂੰ, ਹਾਲਾਂਕਿ ਮੀਡੀਆ ਦਾ ਕੰਮ ਹੁੰਦਾ ਕਿ ਸਰਕਾਰਾਂ ਨੂੰ ਸਵਾਲ ਕਰਨੇ, ਸਰਕਾਰਾਂ ਨੂੰ ਜ਼ਿੰਮੇਵਾਰੀਆਂ ਦੱਸਣੀਆਂ, ਤੇ ਉਹ ਜਿਸ ਤਰੀਕੇ ਨਾਲ ਗੋਦੀ 'ਚ ਜਾ ਕੇ ਬੈਠ ਗਿਆ, ਸੋ ਦੇਸ਼ ਦਾ ਭਵਿੱਖ ਕੀ ਹੋਊਗਾ ਜੇਕਰ ਸਾਰੇ ਦੇ ਸਾਰੇ ਤੁਸੀਂ ਇੱਕ ਪਾਸੇ ਨੂੰ ਚੱਲ ਪਏ ਤੇ ਦੇਸ਼ ਨੂੰ ਬਰਬਾਦੀ ਵੱਲ ਆਪਣੇ ਆਪ ਹੀ ਲੈ ਕੇ ਜਾ ਰਹੇ ਹੋ। ਇਹ ਬਹੁਤ ਅਹਿਮ ਮਾਮਲਾ ਹੈ, ਇਸ ਦੇ ਵਿੱਚ ਸਰਕਾਰ ਨੂੰ ਜਵਾਬ ਦੇਣਾ ਬਣਦਾ ਹੈ। ਇੱਕ ਝੂਠ ਜਦੋਂ ਬੋਲਦੇ ਆ ਤੁਸੀਂ ਤੇ ਤੁਹਾਨੂੰ 1000 ਝੂਠ, ਲੱਖ ਝੂਠ ਉਹਦੇ ਨਾਲ ਬੋਲਣੇ ਪੈਂਦੇ ਆ ਇੱਕ ਝੂਠ ਨੂੰ ਛੁਪਾਉਣ ਦੇ ਲਈ, ਪਰ ਉਹਦੇ ਲਈ ਇੱਕ ਸੱਚ ਬੋਲਿਆ ਚੰਗਾ ਹੁੰਦਾ। ਸੋ ਜੋ ਇਹ ਸੱਚ ਜਿਹੜਾ ਹੈ ਛੁਪਾਇਆ ਜਾ ਰਿਹਾ ਹੈਗਾ ਆ ਸਾਰੇ ਭਾਰਤ ਦੇ ਵਾਸੀਆਂ ਤੋਂ, ਜਿਹੜੇ ਭਾਰਤ ਦੇ ਲੋਕ ਹੈਗੇ ਉਹਨਾਂ ਤੋਂ, ਸੱਚਾਈ ਜੇ ਸਾਹਮਣੇ ਰੱਖ ਦਿੱਤੀ ਜਾਵੇ ਤਾਂ ਮੈਨੂੰ ਲੱਗਦਾ ਸਾਰਾ ਕੁਝ ਕਲੀਅਰ, ਜਿਹੜੀ ਪਿਕਚਰ ਹੈਗੀ ਆ ਉਹ ਸਾਰਿਆਂ ਦੇ ਸਾਹਮਣੇ ਆ ਜਾਊਗੀ। ਸ਼ਾਇਦ ਸਰਕਾਰਾਂ ਉਸ ਪਿਕਚਰ ਦੇ ਨਾਲ ਬਦਲ ਸਕਦੀਆਂ ਹੈਗੀਆਂ, ਸਰਕਾਰਾਂ ਬਦਲ ਸਕਦੀਆਂ ਹੈਗੀਆਂ ਨੇ, ਲੋਕ ਬਦਲ ਸਕਦੇ ਹੈਗੇ, ਪਰ ਜਿਵੇਂ ਤੁਸੀਂ ਦੱਸਿਆ ਕਿ ਸਾਨੂੰ ਸੁਚੇਤ ਹੋਣਾ ਪੈਣਾ ਹੈਗਾ। ਸੋ ਸੁਚੇਤ ਦੀ ਘਾਟ ਹੈਗੀ ਹੈ, ਸਾਨੂੰ ਕਲੀਅਰ ਪਿਕਚਰ ਦਿਖਾਉਣ ਦੀ ਘਾਟ ਹੈਗੀ ਹੈ ਲੋਕਾਂ ਨੂੰ, ਜਨਤਾ ਨੂੰ। ਤੇ ਨਾਲ ਨਾਲ ਹੁਣ ਸਰਕਾਰਾਂ ਦੀ ਜੇ ਗੱਲ ਹੋ ਰਹੀ ਹੈ, ਬੀਜੇਪੀ ਦੀ ਗੱਲ ਹੋ ਰਹੀ ਹੈ, ਤਾਂ ਨਵਜੋਤ ਸਿੰਘ ਸਿੱਧੂ ਜੀ ਦੀ ਜੇ ਅਸੀਂ ਗੱਲ ਨਾ ਕਰੀਏ ਤਾਂ ਮੈਨੂੰ ਲੱਗਦਾ ਥੋੜਾ ਜਿਹੀ ਗੱਲ ਨਹੀਂ ਬਣਨੀ ਹੈਗੀ। ਹੁਣ ਨਵਜੋਤ ਸਿੰਘ ਸਿੱਧੂ ਨੂੰ ਹਰ ਕੋਈ ਦੇਖ ਰਿਹਾ ਹੈ ਕਿ ਕਿੱਧਰ ਜਾਣ ਵਾਲੇ ਹੈਗੇ ਨੇ। ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਕਿੱਧਰ ਕੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਬੀਜੇਪੀ ਦੇ ਵਿੱਚ ਵਾਪਸ ਜਾਣ ਵਾਲੇ ਨੇ ਜਾਂ ਕਾਂਗਰਸ ਦੇ ਵਿੱਚ ਨੇ? ਕੀ ਹੋ ਸਕਦਾ, ਕੀ ਸਥਿਤੀ ਬਣੀ ਹੋਈ ਹੈ? ਨਵਜੋਤ ਸਿੰਘ ਸਿੱਧੂ ਇੱਕ ਇਸ ਤਰ੍ਹਾਂ ਦਾ ਚਿਹਰਾ ਮੋਹਰਾ ਤੇ ਸ਼ਖਸੀਅਤ ਹੈ
ਜਿਸ ਦਾ ਚਰਚਾ ਦੇ ਵਿੱਚ ਬਿਨਾਂ ਕਿਸੇ ਗੱਲ ਤੋਂ ਵੀ ਉਹ ਚਰਚਾ 'ਚ ਰਹਿੰਦਾ। ਬਿਲਕੁਲ। ਇਹ ਆਪਾਂ ਵੀ ਅੱਗੇ ਵੀ ਚਰਚਾ ਕੀਤੀ ਹੈ, ਹੂੰ ਪਰ ਹੁਣ ਉਹਨੇ ਚਰਚਾ ਵਾਲੀ ਗੱਲ ਵੀ ਕੀਤੀ ਹੈ। ਹੂੰ ਉਹਦਾ ਕਾਰਨ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਹੋ ਸਕਦੇ ਆਮ ਪਬਲਿਕ ਦੇ ਨਾਂ ਹੁੰਦੇ ਨੇ, ਪਰ ਇਹ ਘਰ 'ਚ ਦੋਏ ਜਾਣੀ ਨੇ। ਜੀ ਦੋਵਾਂ ਦਾ ਨਾਂ ਨਵਜੋਤ ਹੈ, ਜੀ ਸਿੰਘ ਔਰ ਕੌਰ ਦਾ ਫਰਕ ਹੈ, ਸਿੱਧੂ ਦੋਏ ਨੇ। ਹੁਣ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਲ ਹੁੰਦੀ ਹੈ, ਇਹ ਤਾਂ ਹੈ ਨਹੀਂ ਕਿ ਨਵਜੋਤ ਸਿੰਘ ਸਿੱਧੂ ਖੁਦ ਸਾਰੀਆਂ ਗੱਲਾਂ ਬੋਲਦਾ। ਨਵਜੋਤ ਸਿੰਘ ਸਿੱਧੂ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਨੇ, ਜੇਕਰ ਪੁਰਾਣਾ ਇਸ ਦਾ ਰਿਕਾਰਡ ਕੱਢ ਕੇ ਦੇਖਦੇ ਆ ਤਾਂ ਪਹਿਲਾਂ ਇਹਨਾਂ ਦੀ ਪਤਨੀ ਬੋਲਦੀ ਹੈ, ਫਿਰ ਨਵਜੋਤ ਸਿੰਘ ਸਿੱਧੂ ਬੋਲਦੇ ਆ। ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵੇਲੇ ਸੀ, ਜਦੋਂ ਉਹ ਆਪ ਵੀ ਮਿਨਿਸਟਰੀ ਦੇ ਵਿੱਚ ਸੀਗੀ, ਜਾਂ ਫਿਰ ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਦੇ ਵਿੱਚ ਆਏ, ਮਿਨਿਸਟਰ ਵੀ ਬਣੇ, ਤਾਂ ਉਹਨਾਂ ਦੀ ਪਤਨੀ ਜਿਹੜੇ ਗੱਲਾਂ ਕਰਦੀ ਸੀ ਉਹ ਕਾਫੀ ਸਾਰੀਆਂ ਚੀਜ਼ਾਂ ਦੀ ਅਹਿਮੀਅਤ ਮੰਨੀ ਜਾਂਦੀ ਸੀ, ਬਾਅਦ ਚੋਂ ਸੱਚੀਆਂ ਹੋਈਆਂ ਨੇ। ਹੁਣ ਨਵਜੋਤ ਕੌਰ ਸਿੱਧੂ ਇੱਕ ਫੰਕਸ਼ਨ ਤੇ ਗਏ, ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾੜ ਪਿਆ ਹੋਇਆ, ਸੁਖਦੇਵ ਸਿੰਘ ਢੀਂਡਸਾ ਜੀ ਉਹਨਾਂ ਦੇ ਦਰਵਾਜ਼ੇ ਪੱਟ ਰਹੇ ਆ, ਤੇ ਜੇਕਰ ਤੁਹਾਨੂੰ ਬੀਜੇਪੀ ਆਫਰ ਕਰ ਦਿੰਦੀ ਆ, ਕੀ ਤੁਸੀਂ ਬੀਜੇਪੀ ਜਾਓਗੇ? ਬੀਬੀ ਕਹਿੰਦੀ ਗੱਲ ਇਹ ਆ ਕਿ ਸਾਨੂੰ ਕਿਸੇ ਹੋਰ ਪਾਰਟੀ ਨਾਲ ਕੋਈ ਪ੍ਰੋਬਲਮ ਨਹੀਂ, ਸਾਨੂੰ ਪ੍ਰੋਬਲਮ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ, ਸਾਨੂੰ ਬਾਦਲ ਪਰਿਵਾਰਾਂ ਦੇ ਨਾਲ ਹੈ, ਕਿਉਂਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੁਰਾ ਹਾਲ ਕਰਤਾ। ਇਸ ਕਰਕੇ ਜੇਕਰ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਦਿੰਦੀ ਹੈ ਤਾਂ ਅਸੀਂ ਵੀ ਸੋਚ ਸਕਦੇ ਹਾਂ ਉੱਥੇ ਜਾਣ ਦੀ। ਹੁਣ ਗੱਲ ਕਹਿਣ ਨੂੰ ਤਾਂ ਛੋਟੀ ਹੈ, ਪਰ ਹੈ ਬਹੁਤ ਵੱਡੀ ਹੈ। ਉਹਦਾ ਕਾਰਨ ਹੈ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਤੋਂ ਡਿਵੈਲਪਮੈਂਟ ਹੋ ਰਹੀ ਹੈ, ਸੁਖਦੇਵ ਸਿੰਘ ਢੀਂਡਸਾ ਪਰ ਦੂਜੇ ਦਿਨ ਜਾਂ ਤੀਜੇ ਦਿਨ ਇੱਕ ਕੋਈ ਨਾ ਕੋਈ ਪੁਰਾਣਾ ਟਕਸਾਲੀ ਵੱਡੇ ਲੀਡਰ ਨੂੰ ਮਨਾਈ ਜਾ ਰਹੇ ਹੈ। ਹੁਣ ਪਿਛਲੇ ਦਿਨਾਂ ਤਲਵੰਡੀ ਪਰਿਵਾਰ ਤੋਂ ਬਾਅਦ ਹੁਣ ਜਿਹੜਾ ਉਹਨੇ ਜਸਟਿਸ ਉਹਨਾਂ ਦਾ ਨਾਮ ਕੁਲਦੀਪ ਸਿੰਘ ਹੈ ਜਾਂ ਜਸਟਿਸ ਨਿਰਮਲ ਸਿੰਘ, ਸ਼ਾਇਦ ਉਹਨਾਂ ਦਾ ਨਾਂ, ਜੇ ਮੈਂ ਗਲਤ ਨਹੀਂ ਕਹਿ ਰਿਹਾ, ਉਹਨਾਂ ਦੀ ਪਤਨੀ ਇੱਥੋਂ ਫਤਿਹਗੜ੍ਹ ਜ਼ਿਲ੍ਹੇ 'ਚੋਂ ਇਲੈਕਸ਼ਨ ਲੜੇ ਸੀ, ਹੁਣ ਉਹਨਾਂ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਲਿਆ। ਲਗਾਤਾਰ ਹਰ ਰੋਜ਼ ਦੀਆਂ ਖਬਰਾਂ ਹੁੰਦੀਆਂ ਨੇ, ਔਰ ਬੀਜੇਪੀ ਜਿਸ ਤਰੀਕੇ ਨਾਲ ਸੁਖਦੇਵ ਸਿੰਘ ਢੀਂਡਸੇ ਦੇ ਨਾਲ ਕੋਜ਼ੀਨੈਸ ਨਜ਼ਰ ਆਉਂਦੀ ਹੈ, ਬੀਜੇਪੀ ਨੂੰ ਸਰਦਾਰ ਚਿਹਰਾ ਚਾਹੀਦਾ। ਸੁਖਦੇਵ ਸਿੰਘ ਢੀਂਡਸਾ ਕਹਿੰਦੇ ਆ ਕਿ ਮੈਂ ਇਲੈਕਸ਼ਨ ਲੜਨੀ ਨਹੀਂ, ਸੋ ਨਵਜੋਤ ਸਿੰਘ ਸਿੱਧੂ ਵਾਸਤੇ ਇਹ ਇੱਕ ਬਹੁਤ ਵੱਡਾ ਪਲੇਟਫਾਰਮ ਸਾਬਤ ਹੋ ਸਕਦਾ। ਇਸ ਕਰਕੇ ਵੀ ਹੋ ਸਕਦਾ ਕਿਉਂਕਿ ਦੂਜੇ ਪਾਸੇ ਕਾਂਗਰਸ ਦੇ ਵਿੱਚ ਆਟੋ ਪਾਟ ਪਈ ਹੋਈ ਆ। ਕੈਪਟਨ ਸਾਹਿਬ, ਮੈਨੂੰ ਲੱਗਦਾ ਕਿ ਉਹਨਾਂ ਦਾ ਪੰਜਾਬ ਤੋਂ ਪੰਜਾਬੀ ਤੋਂ ਗਲੀ ਤੋਂ ਇੱਕ ਫਾਰਮ ਹਾਊਸ ਰਹਿ ਗਿਆ, ਉਹ ਉਸ ਤੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ, ਉੱਥੋਂ ਬੈਠ ਕੇ ਵਰਚੁਅਲੀ ਆਪਣਾ ਸਟੇਟ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਾਂਗਰਸ ਦੇ ਵਿੱਚ ਅਸ਼ਾਂਤੀ ਹੈ, ਕਾਂਗਰਸ ਇੱਕ ਦੂਸਰੇ ਦੀ ਲੱਤਾਂ ਖਿੱਚ ਰਹੇ ਨੇ, ਉਸ ਮਾਮਲੇ 'ਚ ਕਾਂਗਰਸ ਕਿਤੇ ਨਾ ਕਿਤੇ ਅਸ਼ਾਂਤ ਤੇ ਆਪਣੀ ਢਲਾਣ ਵੱਲ ਨੂੰ ਜਾ ਰਹੀ ਹੈ। ਸੋ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ 'ਚੋਂ ਹੁਣ ਤੱਕ ਲੈ ਲਿਆ ਜਾਂਦਾ, ਉਹਨਾਂ ਨੂੰ ਕੋਈ ਅਹਿਮੀਅਤ ਵਾਲੀ ਪੋਸਟ ਦੇ ਦਿੱਤੀ ਜਾਂਦੀ, ਫਿਰ ਤਾਂ ਨਵਜੋਤ ਸਿੰਘ ਸਿੱਧੂ ਤੇ ਮੰਨਿਆ ਜਾਂਦਾ ਸੀ ਕਿ ਉਸ ਤੇ ਕਾਂਗਰਸ ਨੇ ਇੱਕ ਵੱਡਾ ਦਾਅ ਖੇਲ ਲਿਆ ਤੇ ਨਵਜੋਤ ਸਿੰਘ ਸਿੱਧੂ ਨੂੰ ਲੋਕ ਪਸੰਦ ਕਰਦੇ ਆ। ਪਰ ਸਾਲ ਤਾਂ ਡੇਢ ਰਹਿ ਗਿਆ, ਹੁਣ ਬਿਲਕੁਲ ਨੇੜੇ ਆ ਕੇ ਨਵਜੋਤ ਸਿੰਘ ਸਿੱਧੂ ਕੀ ਕਰੂਗਾ? ਇਹਦਾ ਸਾਰੀਆਂ ਗੱਲਾਂ 'ਚ ਦੇਖਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਬੀਜੇਪੀ ਦੇ ਨਾਲ ਵੀ ਆਵੇਂ ਕਹਿੰਦੇ ਨਹੀਂ ਹੁੰਦੇ, ਆਵੇਂ ਸਾਡੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ, ਇਹ ਵੀ ਪੋਸੀਬਲ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਇੱਧਰੋਂ ਤਾਂ ਨਾਅਰੇ ਦੇ ਜਕਾਰੇ ਕਾਂਗਰਸ ਤੇ ਲਾਉਂਦੇ ਹੋਣ, ਪਰ ਅੰਦਰੋਂ ਖਾਤੀ ਕੋਈ ਨਾ ਕੋਈ ਟੈਲੀਫੋਨ ਤੇ ਗੱਲਬਾਤ ਦੀ ਘੰਟੀ ਖੜਕ ਗਈ ਹੋਵੇ। ਸੋ ਉਸ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਦੀ ਮੌਜੂਦਾ ਜਿਹੜੀ ਸਿਆਸਤ ਹੈ ਇਹ ਬੜੀ ਅਨਸਰਟਨ ਹੈ, ਤੇ ਕੋਈ ਵੀ, ਨਾਲੇ ਨਵਜੋਤ ਸਿੰਘ ਸਿੱਧੂ ਨੂੰ ਤਾਂ ਇਸ ਵੇਲੇ ਅਨਗਾਈਡਡ ਮਿਸਾਈਲ ਕਹਿੰਦੇ ਆ, ਪਤਾ ਨਹੀਂ ਕਿੱਧਰ ਨੂੰ ਚੱਲ ਜਾਣੀ, ਪਤਾ ਨਹੀਂ ਕਿਹਦਾ ਨੁਕਸਾਨ ਕਰ ਦੇਣਾ। ਸੋ ਇਹ ਬੜਾ ਰੋਚਕ ਹੈ ਆਉਂਦੇ ਦਿਨਾਂ 'ਚ। ਜੀ ਬਿਲਕੁਲ, ਕਿਹਦਾ ਫਾਇਦਾ ਹੋਣਾ ਕਿਹਦਾ ਨੁਕਸਾਨ ਹੋਣਾ ਆਉਣ ਵਾਲਾ ਸਮਾਂ ਦੱਸੂਗਾ। ਪਰ ਹੁਣ ਸਾਡੇ ਮੁੱਖ ਮੰਤਰੀ ਨੇ ਜਿਹੜੇ, ਉਹ ਆਪਣੇ ਫਾਰਮ ਹਾਊਸ 'ਚ ਬਾਹਰ ਆ ਗਏ ਨੇ, ਤੇ ਪਰ ਹੁਣ ਗਏ ਨੇ ਉਹ ਉੱਥੇ ਜਿੱਥੇ ਕਿ ਬਹੁਤ ਗੰਭੀਰ ਮਸਲਾ ਜੀ, ਜ਼ਹਿਰੀਲੀ ਸ਼ਰਾਬ ਪੀ ਕੇ ਜਿਹੜੇ ਮੌਤਾਂ ਹੋਈਆਂ ਸੀ, ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਗਏ। 5-5 ਲੱਖ ਰੁਪਏ ਦਾ ਜਿਹੜਾ ਉਹਨਾਂ ਨੂੰ ਦੇਣ ਦਾ, ਮੁਆਵਜ਼ਾ ਦੇਣ ਦਾ ਜਿਹੜਾ ਐਲਾਨ ਕੀਤਾ ਹੈਗਾ, ਕੀ ਹੈਗੀ ਸਥਿਤੀ ਉਸ ਬਾਰੇ? ਇੱਕ ਵਾਰੀ ਨਾ ਕਿਸੇ ਨੇ ਇੱਕ ਚੁਟਕਲਾ ਸੁਣਾਇਆ ਸੀ ਮੈਨੂੰ। ਇੱਕ ਵਾਰੀ ਇੱਕ ਨਿਹੰਗ, ਇਹ ਆਮ ਤੌਰ ਤੇ ਆਪਣੇ ਚਰਚਾ ਦੇ ਵਿਸ਼ੇ ਹੁੰਦੇ ਆ, ਕਿ ਨਿਹੰਗ ਪੂਰਾ ਤਿਆਰ ਹੋਇਆ, ਹਰ ਸ਼ਾਸਤਰ ਵਾਸਤਰ ਬੰਨੇ ਹੋਏ, ਤੇ ਉਹ ਕਹਿੰਦਾ ਵੀ ਮੈਂ ਸਿੰਘੋ ਇਸ ਵਾਰੀ ਟ੍ਰੇਨ ਰੁਕਣੀ ਆ। ਸਾਰੇ ਕਹਿੰਦੇ ਵੀ ਸਿੰਘ ਸਾਹਿਬ ਟ੍ਰੇਨ ਨਹੀਂ ਰੁਕਦੀ ਹੁੰਦੀ, ਉਹ ਆਪਣੇ ਸਟੇਸ਼ਨ ਤੇ ਜਾ ਕੇ ਰੁਕਣਾ। ਕਹਿੰਦਾ ਦੇਖਿਓ ਫਿਰ ਸ਼ਹਿਰ ਸਾਰਾ ਇਕੱਠਾ ਹੋ ਜਾਓ। ਟਾਈਮ ਬੰਨ ਲਿਆ, ਰੇਲਵੇ ਲਾਈਨ ਤੇ ਚਲਾ ਗਿਆ, ਉਧਰੋਂ ਟ੍ਰੇਨ ਆ ਗਈ, ਇਧਰੋਂ ਨਿਹੰਗ ਨੇ ਗੱਤਕਾ ਕੱਢ ਲਿਆ, ਰੇਲ ਦੇ ਗੱਪੇ ਗੇੜੇ ਦੇਣੇ ਸ਼ੁਰੂ ਕਰਤੇ। ਡਰਾਈਵਰ ਨੇ ਦੇਖਿਆ ਕਿ ਬੰਦਾ ਕੋਈ ਸ਼ਰਾਰਤ ਕਰ ਰਿਹਾ, ਉਹਨੇ ਹਾਰਨ ਹੂਰਨ ਵਜਾਏ, ਲਗਾਤਾਰ ਚੀਕਾਂ ਮਾਰਦਾ ਰਿਹਾ, ਸਪੀਡ ਉਹਨੇ ਘਟਾਈ ਨਾ,
ਜਦ ਜਮੇ ਟ੍ਰੇਨ ਨੇੜੇ ਆ ਗਈ ਤਾਂ ਨਿਹੰਗ ਨੇ ਛਾਲ ਮਾਰ ਕੇ ਪਰੇ ਹੋ ਗਿਆ। ਸਾਰੇ ਬੰਦੇ ਟ੍ਰੇਨ ਲੰਘਣ ਤੋਂ ਬਾਅਦ ਨਿਹੰਗ ਦੇ ਦੁਆਲੇ ਹੋ ਗਏ। ਕਹਿੰਦੇ ਤੂੰ ਤਾਂ ਕਹਿੰਦੇ ਟ੍ਰੇਨ ਰੋਕ ਦੂੰਗਾ। ਕਹਿੰਦਾ ਗੱਲ ਸੁਣੋ, ਰੋਕੀ ਤਾਂ ਹੈ ਨਹੀਂ, ਚੀਕਾਂ ਤਾਂ ਕਢਾਤੀਆਂ। ਹੁਣ ਉਹੀ ਗੱਲ ਇਸ ਵੇਲੇ ਸਰਦਾਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਇਹ ਉਸ ਰੇਲ ਰੂਪੀ ਆਪਣਾ ਉੱਥੇ ਬੈਠਾ ਫਾਰਮ ਹਾਊਸ ਵਿੱਚ ਚੁਸਕੀਆਂ ਲਾ ਕੇ ਆਪਣੀ ਸਰਕਾਰ ਚਲਾ ਰਹੇ ਸੀ। ਪ੍ਰਤਾਪ ਸਿੰਘ ਬਾਜਵਾ ਆ ਸ਼ਮਸ਼ੇਰ ਸਿੰਘ ਦੁੱਲੋਂ, ਉਹਨਾਂ ਨੇ ਜਿੱਦਣ ਤੋਂ ਰਾਜਪਾਲ ਨੂੰ ਜਾ ਕੇ ਇੱਕ ਮੈਮੋਰੰਡਮ ਦਿੱਤਾ ਜਿਸ ਦੇ ਵਿੱਚ ਇਹ ਕਿਹਾ ਕਿ ਸਾਡੇ ਦੇਸ਼ ਜਿਹੜੀ ਸਟੇਟ ਦੇ ਵਿੱਚ ਆ ਜਿਹੜੀਆਂ ਘਟਨਾਵਾਂ ਹੋਈਆਂ ਨੇ ਸ਼ਰਾਬ ਦੇ ਮਾਮਲੇ 'ਚ, ਇਸ ਦੀ ਜਾਂਚ ਪੜਤਾਲ CBI ਤੋਂ ਕਰਾਈ ਜਾਵੇ ਜਾਂ ਫਿਰ ਇਸ ਮਾਮਲੇ 'ਚ ਗੰਭੀਰਤਾ ਨਾਲ ਲਿਆ ਜਾਵੇ। ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘਰੋਂ ਨਿਕਲਣ ਵਾਸਤੇ ਮਜਬੂਰ ਕੀਤਾ। ਹੁਣ ਉਹ 3 ਜ਼ਿਲ੍ਹੇ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਜਿੱਥੇ ਸੈਂਕੜੇ ਮੌਤਾਂ ਹੋਈਆਂ ਨੇ, ਉੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਪਿਆ। ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ 5-5 ਲੱਖ, ਤਾਂ ਜਿਨ੍ਹਾਂ ਨੇ ਆਪਣੀ ਨਿਗਾਹ ਇਸ ਜ਼ਹਿਰੀਲੀ ਸ਼ਰਾਬ ਨੂੰ ਪੀਣ ਕਰਕੇ ਗਵਾਈ ਹੈ ਉਹਨਾਂ ਨੂੰ ਵੀ 5-5 ਲੱਖ ਦਾ ਐਲਾਨ ਕੀਤਾ ਹੈ। ਔਰ ਇਹ ਵੀ ਕਿਹਾ ਕਿ ਫੜ ਕੇ ਇਹਨਾਂ ਨੂੰ 10 ਦਿਨਾਂ ਦੇ ਵਿੱਚ ਅੰਦਰ ਦਿਓ। ਪਰ ਮੈਨੂੰ ਗੱਲ ਦੱਸੋ, ਪੁਰਾਣੀ ਸਰਕਾਰ ਤੇ ਦੋਸ਼ ਲੱਗਦਾ ਸੀ ਜੀ ਕਿ ਉਹਨਾਂ ਨੇ ਡਰੱਗ ਵੇਚੀ, ਚਿੱਟਾ ਵੇਚਿਆ। ਹੁਣ ਉਹੀ ਸਾਰੇ ਬੰਦੇ ਜਿਹੜੇ ਫੜੇ ਗਏ ਆ, ਇਹਨਾਂ ਦੀਆਂ ਤਸਵੀਰਾਂ ਕਾਂਗਰਸੀਆਂ ਨਾਲ ਵੀ ਨੇ, ਇਹਨਾਂ ਦੀਆਂ ਤਸਵੀਰਾਂ ਅਕਾਲੀਆਂ ਨਾਲ ਵੀ ਨੇ। ਇਹਦਾ ਮਤਲਬ ਤਾਂ ਇਹ ਹੈ ਕਿ ਬੰਦੇ ਸਾਰੇ ਦੇ ਸਾਰੇ ਉਹੀ ਨੇ। ਜੇਕਰ ਤੁਸੀਂ ਉਹਨਾਂ ਤੇ ਉਂਗਲ ਚੱਕਦੇ ਸੀ ਜਦੋਂ ਉਹਨਾਂ ਵੱਲ ਇੱਕ ਕਰਦੇ ਸੀ, 4 ਤੁਹਾਡੇ ਵੱਲ ਵੀ ਹੁੰਦੀਆਂ ਨੇ। ਤੁਸੀਂ 3.5 ਸਾਲ ਲੰਘਾਤੇ, ਆ ਹੁਣ 100-150 ਬੰਦਾ ਮਰਵਾ ਕੇ ਹੁਣ ਤੁਸੀਂ ਉਹਨਾਂ ਦੇ ਘਰ ਜਾਂਦੇ ਹੋ, ਇਹਦਾ ਮਤਲਬ ਫੇਲੀਅਰ ਤਾਂ ਤੁਹਾਡਾ ਵੀ ਉਨਾ ਹੀ ਹੈ ਜੀ। ਤੁਸੀਂ ਵੀ ਉੱਥੇ ਕਟਹਿਰੇ 'ਚ ਖੜੇ ਨਜ਼ਰ ਆਉਂਦੇ ਹੋ। ਜਦੋਂ ਤੁਸੀਂ ਕਹਿੰਦੇ ਹੋ ਕਿ ਕਤਲ ਦਾ ਮੁਕੱਦਮਾ ਉਹਨਾਂ ਤੇ ਦਰਜ ਹੋਣਾ ਚਾਹੀਦਾ, ਤਾਂ ਇਸ ਕਤਲ ਦੇ ਵਿੱਚ ਜ਼ਿੰਮੇਵਾਰ ਕੌਣ ਨੇ? ਗ੍ਰਹਿ ਮੰਤਰਾਲਾ ਕਿਹਦੇ ਕੋਲ ਹੈ? ਕੈਪਟਨ ਅਮਰਿੰਦਰ ਸਿੰਘ ਦੇ ਕੋਲ। ਵਿਰੋਧੀ ਪਾਰਟੀਆਂ ਗੱਲ ਮੰਨ ਰਹੀਆਂ ਨੇ ਕਿ ਇਹ ਤਾਂ ਮੁਕੱਦਮਾ ਤਾਂ ਕੈਪਟਨ ਅਮਰਿੰਦਰ ਤੇ ਵੀ ਹੋਣਾ ਚਾਹੀਦਾ। ਹੁਣ ਇਹ ਘਰੋਂ ਨਿਕਲ ਕੇ ਤਾਂ ਉੱਥੇ ਗਏ ਆ। ਹਾਂ, ਇਹ ਗੱਲ ਜ਼ਰੂਰ ਹੈ ਕਿ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੁੱਲੋਂ ਦੇ ਡਰਾਏ ਹੋਏ ਹੁਣ ਇਹ ਸਾਰੀਆਂ ਦੇ ਸਾਰੀਆਂ ਕਾਰਵਾਈਆਂ 'ਚ ਤਾਂ ਪੈ ਗਿਆ, ਪਰ ਕਿੰਨੇ ਕੁ ਇਹਦੇ ਨਤੀਜੇ ਨਿਕਲਦੇ ਆ ਦੇਖਣ ਵਾਲੀ ਗੱਲ ਹੋਣੀ। ਬਿਲਕੁਲ। ਦੇ ਨਾਲ ਹੁਣ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਪੰਥ ਦੀ, ਕਿ ਪੰਥ ਦੇ ਵਿੱਚ ਵਾਪਸੀ ਜਦੋਂ ਹੋਣੀ ਹੁੰਦੀ ਹੈ, ਜਦੋਂ ਤੁਸੀਂ ਧਰਮ ਦੇ ਨਾਂ ਤੇ ਕੁਝ ਕਰਨਾ ਹੁੰਦਾ, ਖਾਸ ਕਰਕੇ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਛਕ ਲਿਆ ਜਾਂਦਾ ਹੈ। ਸੁੱਚਾ ਸਿੰਘ ਨੇ, ਜਿਹੜੇ ਸੁੱਚਾ ਸਿੰਘ ਲੰਗਾਹ ਹੈਗੇ ਨੇ, ਉਹਨਾਂ ਨੇ ਅੰਮ੍ਰਿਤ ਛਕਿਆ ਹੈਗਾ ਆ। ਸੋ ਕੀ ਇਹ ਸਥਿਤੀ ਹੈਗੀ, ਕੀ ਖਬਰ ਹੈ? ਸੁੱਚਾ ਸਿੰਘ ਲੰਗਾਹ ਦਾ ਜਦੋਂ ਨਾਂ ਆਉਂਦਾ ਨਾ, ਤਾਂ ਨਾਲ ਨਾਲ ਬਹੁਤ ਵੱਡੀ ਫੇਰਿਸਤ ਮੇਰੇ ਦਿਮਾਗ 'ਚ ਆ ਜਾਂਦੀ ਹੈ। ਸਾਰੇ ਪੰਜਾਬੀਆਂ ਦੇ ਵੀ ਆਉਂਦੀ ਹੋਣੀ ਹੈ। ਸੁੱਚਾ ਸਿੰਘ ਲੰਗਾਹ ਦਾ ਨਾਂ ਤਾਂ ਬੜਾ ਨਾਂ ਸੁੱਚਾ ਟਿਕਾ ਕੇ ਰੱਖਿਆ। ਇੱਕ ਜਸਵਿੰਦਰ ਭੱਲਾ ਕਹਿੰਦਾ ਹੁੰਦਾ ਸੀ ਕਿ ਸਾਰੇ ਪਿੰਡ ਦੀ ਜੂਠ ਨਹੀਂ ਛੱਡਦੇ ਤੇ ਨਾਂ ਰੱਖ ਲਿਆ ਸੁੱਚਾ। ਬਿਲਕੁਲ। ਹੁਣ ਸੁੱਚਾ ਸਿੰਘ ਦਾ ਨਾਂ ਜਿੰਨੀਆਂ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਜੂਠ ਦੇ ਨਾਲ ਜੁੜਿਆ ਹੋਇਆ, ਇਹ ਅੱਜ ਦੀ ਗੱਲ ਨਹੀਂ ਹੈ। ਸੁੱਚਾ ਸਿੰਘ ਨੂੰ ਜਦੋਂ ਸਿਆਸਤ ਵਿੱਚ ਲਿਆਉਣ ਤੋਂ ਪਹਿਲਾਂ ਜਿਹੜੀਆਂ ਥਾਣੇ ਦੀਆਂ 10 ਨੰਬਰ ਦੀਆਂ ਪਲੇਟਾਂ ਲੱਗਦੀਆਂ ਹੁੰਦੀਆਂ ਨੇ SHO ਦੇ ਕਮਰੇ ਦੇ ਪਿਛਲੇ ਪਾਸੇ, ਉਹਨਾਂ 'ਚ ਵੀ ਸੁੱਚਾ ਸਿੰਘ ਸੁਸ਼ੋਭਿਤ ਰਹੇ ਨੇ, ਬੜਾ ਲੰਬਾ ਸਮਾਂ ਰਹੇ ਨੇ। 10 ਨੰਬਰ ਹੀ ਬੰਦਾ ਉਹ ਹੁੰਦਾ ਜਿਹੜਾ ਸਮਾਜ ਵਾਸਤੇ ਕੋਈ ਨਾ ਕੋਈ ਖੁਰਾਪਾਤੀ ਜਾਂ ਬਹੁਤ ਸਾਰੇ ਕੇਸ ਉਹਦੇ ਨਾਂ ਲੱਗੇ ਹੋਣ। ਜਦੋਂ ਵੀ ਕੋਈ ਨਵਾਂ ਥਾਣੇਦਾਰ ਜਾਂ DSP ਆਉਂਦਾ ਤਾਂ ਉਹਨੂੰ ਹਾਜ਼ਰ ਹੋਣਾ ਹੁੰਦਾ, ਜਾਂ ਫਿਰ ਕੁਝ ਦਿਨਾਂ ਬਾਅਦ ਥਾਣੇ 'ਚ ਹਾਜ਼ਰੀ ਲਵਾਉਣੀ ਹੁੰਦੀ ਹੈ। ਸੋ ਸੁੱਚਾ ਸਿੰਘ ਉਸ ਤਰ੍ਹਾਂ ਦੀਆਂ ਇਹਨਾਂ ਦੀਆਂ ਕਾਰਜਕਾਰੀਆਂ ਰਹੀਆਂ ਨੇ। ਵੱਖ-ਵੱਖ ਜਦੋਂ ਇਹ ਸਰਕਾਰ ਦੇ ਵਿੱਚ ਵੀ ਆ ਗਿਆ ਸੀ 1997 ਤੋਂ 2000 ਤੱਕ, ਉਦੋਂ ਇਹ ਮੰਤਰੀ ਵੀ ਬਣਾ ਦਿੱਤਾ ਗਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲਿਆ ਕੇ। ਉਦੋਂ ਤੱਕ ਵੀ ਥਾਣੇ 'ਚ ਇਹਨਾਂ ਦਾ ਰਕਬਾ ਭਰਿਆ ਜਾਂਦਾ ਸੀ ਕਿ ਬੰਦਾ ਇਸ ਵੇਲੇ ਤਾਂ ਮੰਤਰੀ ਬਣ ਚੁੱਕਿਆ ਹੈ, ਪਰ ਇਸ ਦੀ ਇਸ ਵੇਲੇ ਕੋਈ ਇਸ ਤਰ੍ਹਾਂ ਦੀ ਰਿਪੋਰਟ ਨਹੀਂ। ਫਿਰ ਉਸ ਤੋਂ ਬਾਅਦ 'ਚ ਉਹਨਾਂ ਦਾ ਨਾਂ ਕਢਾਇਆ ਸੀ। ਹੁਣ ਸੁੱਚਾ ਸਿੰਘ ਤੇ ਇੱਕ ਦੋਸ਼ ਨਹੀਂ ਲੱਗੇ। ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਇੱਕ ਟੈਰਰਿਸਟ ਆਏ ਸੀ, ਉਹਨਾਂ ਨੇ ਜਦੋਂ ਉਹ ਗਲ ਵੱਢਣ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਸੁੱਚਾ ਸਿੰਘ ਲੰਗਾਹ ਦੇ ਨਾਂ ਤੇ ਆਉਂਦਾ ਸੀ। ਨਾਲ ਉਹਦੇ ਪੁਲਿਸ ਵਾਲਾ ਜਿਹੜਾ ਬੈਠਦਾ ਹੁੰਦਾ ਸੀ, ਉਹ ਵੀ ਇਹਨਾਂ ਦਾ ਨਾਲ ਦਾ ਸਾਥੀ ਸੀ। ਉਹ ਗੱਲਾਂ ਫਿਰ ਆਈਆਂ ਗਈਆਂ ਹੋ ਗਈਆਂ। ਸੁੱਚਾ ਸਿੰਘ ਤੇ ਜਿਹੜਾ ਸਭ ਤੋਂ ਘਿਨਾਉਣਾ ਹੁਣ ਦੋਸ਼ ਲੱਗਿਆ, ਦੇਖੋ, ਇੱਕ ਔਰਤ ਨੂੰ ਤੁਸੀਂ ਉਹਨਾਂ ਨੂੰ ਬਲੈਕਮੇਲ ਕਰਨਾ, ਫਿਜ਼ੀਕਲੀ ਟੌਰਚਰ ਕਰਨਾ, ਉਹ ਜਿਹੜਾ ਦੋਸ਼ ਲੱਗਿਆ, ਉਸ ਦੀਆਂ ਜਿਹੜੀਆਂ ਤਸਵੀਰਾਂ ਵੀਡੀਓ ਸਾਰੇ ਸੰਸਾਰ ਦੇ ਵਿੱਚ ਗਈਆਂ, ਉਸ ਦੇ ਨਾਲ ਇੱਕ ਪੱਗ ਬੰਨ੍ਹਣ ਵਾਲਾ, ਇੱਕ ਸਰੂਪ ਦੇ ਵਿੱਚ ਰਹਿਣ ਵਾਲਾ, ਇੱਕ ਧਰਮ ਨੂੰ, ਇੱਕ SGPC ਨੂੰ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਜਦੋਂ ਸ਼ਾਮਲ ਹੁੰਦਾ ਤਾਂ ਉਸ ਦੇ ਨਾਲ ਸਾਰੇ ਧਰਮ ਨੂੰ ਠੇਸ ਪਹੁੰਚਦੀ ਆ। ਬਿਲਕੁਲ। ਫਿਰ ਉਸੇ ਦਿਨ ਜਿਸ ਦਿਨ ਇਹਦੀ ਘਟਨਾ ਹੋਈ, ਇਹਨੂੰ ਉਸੇ ਦਿਨ ਬਿਨਾਂ ਕਿਸੇ ਪੇਸ਼ੀ ਤੋਂ ਉਸੇ ਦਿਨ ਅਕਾਲ ਤਖਤ ਵੱਲੋਂ ਛੇਕ ਦੇਣਾ, SGPC ਵੱਲੋਂ ਕੱਢ ਦੇਣਾ। ਉਸ ਤੋਂ ਬਾਅਦ 'ਚ ਲਗਾਤਾਰ ਇਹ ਗੱਲ ਚੱਲਦੀ ਰਹੀ ਕਿ ਸੁੱਚਾ ਸਿੰਘ ਲੰਗਾਹ ਹੁਣ ਵਾਪਸੀ ਕਰੂਗਾ। ਪਿਛਲੀਆਂ ਚੋਣਾਂ ਜਦੋਂ ਹੋਈਆਂ, ਜਦੋਂ ਜਾਖੜ ਸਾਹਿਬ ਉੱਥੋਂ ਲੜੇ, ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਾ ਕੇ ਸੁੱਚਾ ਸਿੰਘ ਲੰਗਾਹ ਦੀ ਗੈਰ ਹਾਜ਼ਰੀ ਦੇ ਵਿੱਚ ਲੋਕਾਂ ਨੂੰ ਕਿਹਾ ਕਰਦੇ ਸੀ ਕਿ ਤੁਸੀਂ ਚਿੰਤਾ ਨਾ ਕਰੋ, ਸੁੱਚਾ ਸਿੰਘ ਲੰਗਾਹ ਜੇ ਹੈ ਨਹੀਂ ਤਾਂ ਬਿਕਰਮ ਮਜੀਠੀਆ ਨੂੰ ਸੁੱਚਾ ਸਿੰਘ ਲੰਗਾਹ ਹੀ ਸਮਝਿਓ।
ਇਹ ਤੁਹਾਡੇ ਦੁੱਖ ਸੁੱਖ 'ਚ ਖੜੇ ਹੋਣਗੇ। ਹੁਣ ਲੋਕਾਂ ਦੀ ਨਿਗਾਹ ਉਸ ਪਾਸੇ ਨੂੰ ਵੀ ਚੱਲਦੀ ਹੁੰਦੀ ਵੀ ਲੰਗਾਹ ਨੂੰ ਉਹ ਸਮਝਦੇ ਸੀ, ਉਹਨੂੰ ਬਿਕਰਮ ਮਜੀਠੀਆ ਨੂੰ ਕੀ ਸਮਝੀਏ। ਹੁਣ ਜਿਹੜਾ ਇਸ ਵੇਲੇ ਇਹ ਕੰਮ ਹੋਇਆ, ਇਹ ਹੋਇਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨਿਹੰਗੀ ਬਾਣੇ ਦੇ ਵਿੱਚ ਉਹਨਾਂ ਨੂੰ ਜਿਹੜਾ ਅੰਮ੍ਰਿਤ ਛਕਾਇਆ ਗਿਆ, ਅੰਮ੍ਰਿਤ ਛਕਾ ਕੇ ਪਹਿਲਾਂ ਤਾਂ ਪੇਸ਼ ਕੀਤਾ ਗਿਆ ਗੁਰਦੁਆਰੇ ਦੇ ਵਿੱਚ, ਕਿਉਂਕਿ ਅਕਾਲ ਤਖਤ ਤੇ ਇਹਨਾਂ ਨੇ 2 ਵਾਰ ਚਿੱਠੀਆਂ ਲਿਖੀਆਂ ਸੀ। ਇੱਕ 2018 ਚ ਲਿਖੀ ਸੀ, ਫਿਰ 2019 ਚ ਵੀ ਚਿੱਠੀ ਲਿਖੀ ਸੀ ਕਿ ਮੈਂ ਖਿਮਾ, ਕਿਉਂਕਿ ਕੋਰਟ ਨੇ ਮੈਨੂੰ ਮਾਫ ਕਰ ਦਿੱਤਾ ਹੈ ਜੀ, ਹੁਣ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਮਾਫ ਕਰ ਦਿਓ ਤਾਂ ਜੋ ਮੈਂ ਇੱਜ਼ਤ ਨਾਲ ਫਿਰ ਜਾ ਕੇ ਉੱਥੇ ਅਗਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਦੀ ਟਿਕਟ ਲੈ ਸਕਾਂ। ਹੁਣ ਇਸ ਮਾਮਲੇ ਦੇ ਵਿੱਚ ਉਸ ਗੁਰਦੁਆਰੇ ਦੇ ਵਿੱਚ ਉਸ ਨੂੰ ਸਜ਼ਾ ਲਾਈ ਗਈ ਹੈ। ਸਜ਼ਾ ਦੇਖੋ ਕੈਸੀ ਹੈ ਜੀ, ਕਿ ਤੁਸੀਂ ਜੀ 1 ਮਹੀਨਾ ਝਾੜੂ ਲਾਉਣਾ ਗੁਰੂ ਘਰ 'ਚ, ਗੁਰੂ ਘਰ 'ਚ ਝਾੜੂ ਲਾਉਣਾ ਸਜ਼ਾ ਹੁੰਦੀ ਹੈ। ਇਹਦਾ ਮਤਲਬ ਤਾਂ ਲੋਕ ਸਜ਼ਾ ਭੁਗਤਣ ਜਾਂਦੇ ਆ। ਜਿਹੜਾ ਗੁਰੂ ਘਰ ਸੇਵਾ ਕਰਨ ਜਾਂਦਾ ਉਹ ਤਾਂ ਸਜ਼ਾ ਭੁਗਤਣ ਜਾਂਦਾ ਹੈ, ਉਹ ਕੋਈ ਮਤਲਬ ਉਹ ਤਾਂ ਕਸ਼ਟ ਹੈ, ਉਹਨੂੰ ਤਾਂ ਗੁਰੂ ਘਰ ਦਿੰਦਾ। ਇਸ ਤਰ੍ਹਾਂ ਦੀ ਜਿਹੜੀ ਉਹਨੂੰ ਲਾ ਕੇ ਨਾਲ ਦੀ ਨਾਲ ਅੰਮ੍ਰਿਤ ਛਕਾਉਣਾ, ਅੰਮ੍ਰਿਤ ਛਕਾਉਣ ਤੋਂ ਬਾਅਦ ਹੁਣ ਸਾਡੇ ਸਿੱਖ ਧਰਮ 'ਚ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੈ ਨਹੀਂ। ਨਾ ਅਕਾਲ ਤਖਤ ਦੇ ਜਥੇਦਾਰ ਨੇ ਸਪਸ਼ਟ ਕੀਤਾ ਕਿ ਜਦੋਂ ਉਹਨੇ ਅੰਮ੍ਰਿਤ ਛਕ ਲਿਆ, ਜਦੋਂ ਉਹ ਅਕਾਲ ਤਖਤ ਤੇ ਪੇਸ਼ ਨਹੀਂ ਹੋਇਆ, ਜਦੋਂ ਸਿੱਖ ਪੰਥ 'ਚੋਂ ਛੇਕਿਆ ਹੋਇਆ, ਕਿ ਜਦੋਂ ਉਹਨੇ ਉੱਥੇ ਅੰਮ੍ਰਿਤ ਛਕ ਲਿਆ ਕਿ ਉਹ ਹੁਣ ਉਹ ਵਾਪਸ ਹੋ ਗਿਆ, ਕੀ ਉਹਦਾ ਅੰਮ੍ਰਿਤ ਹੀ ਮੰਨਿਆ ਜਾਊਗਾ। ਇਸ ਗੱਲ 'ਚ ਸਾਡੇ ਅਕਾਲ ਤਖਤ ਦਾ ਜਥੇਦਾਰ ਵਿੱਚ ਕਰਿਆ ਬੈਠਾ। ਹੁਣ ਇਹ ਸਾਰੀਆਂ ਚੀਜ਼ਾਂ ਨੇ ਅਰਸ਼ ਜੀ ਜਿਹੜੀਆਂ ਇਸ਼ਾਰਾ ਕਰਦੇ ਨੇ, ਭਾਵੇਂ ਕਿ SGPC ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਹਾਂਜੀ ਅਸੀਂ ਜੋ ਜਿਹੜੇ ਬੰਦੇ ਸੀ ਉਹਨਾਂ ਨੇ ਕਿਹਾ ਉਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ ਹੈ, ਧਰਮ ਪ੍ਰਚਾਰ ਵਾਲੇ ਨੂੰ ਸਸਪੈਂਡ ਕਰ ਦਿੱਤਾ ਹੈ। ਅਕਾਲ ਤਖਤ ਦੇ ਜਥੇਦਾਰ ਨੇ ਤਾਂ ਇਹ ਵੀ ਗੱਲ ਕਹਿਤੀ ਕਿ ਜਿਹੜੇ ਦੇ ਸੁੱਚਾ ਸਿੰਘ ਲੰਗਾਹ ਦੇ ਨਾਲ ਜਿਨ੍ਹਾਂ ਦੇ ਸੰਬੰਧ ਸੀ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ। ਹੁਣ ਗੱਲਾਂ ਬਾਤ ਨਿਕਲੇਗੀ ਤਾਂ ਦੂਰ ਤੱਕ ਜਾਏਗੀ ਨਾ। ਹੁਣ ਦੂਜੇ ਪਾਸੇ ਗੱਲ ਇਹ ਹੈ ਕਿ ਜਿਹੜਾ ਸੁੱਚਾ ਸਿੰਘ ਲੰਗਾਹ ਦੇ ਨਾਲ ਸੰਬੰਧ ਤਾਂ ਵੱਡੇ ਘਰਾਣਿਆਂ ਦੇ ਵੀ ਨੇ, ਕਿ ਐਡੀ ਹਿੰਮਤ ਅਕਾਲ ਤਖਤ ਦਾ ਜਥੇਦਾਰ ਰੱਖਦਾ, ਕਿ SGPC ਰੱਖਦੀ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਸਿਆਸੀ ਡਰਾਮਾ ਜਿਹਾ ਕੀਤਾ ਗਿਆ ਕਿ ਉਹਨੂੰ ਪਿਛਲੇ ਦਰਵਾਜ਼ੇ ਰਾਹੀਂ ਸਿੱਖ ਪੰਥ 'ਚ ਕਿਵੇਂ ਲੈ ਕੇ ਆਉਣਾ ਹੈ। ਉਸ ਗੱਲ 'ਚ ਨਾ ਅਕਾਲ ਤਖਤ ਦੇ ਜਥੇਦਾਰ ਨੇ ਸਪਸ਼ਟ ਕੀਤਾ, ਹਾਂ ਗੋਂਗਲੂਆਂ ਤੋਂ ਮਿੱਟੀ ਝਾੜਤੀ, 2 ਬੰਦੇ ਉਹ ਸਸਪੈਂਡ ਕਰਤੇ, 2 ਨੂੰ ਕੱਢ ਦਿੱਤਾ ਗਿਆ, ਪਰ ਉਹ ਸਾਰੀ ਗੱਲ ਦੇ ਵਿੱਚ ਕੀ ਸੁੱਚਾ ਸਿੰਘ ਹੁਣ ਸੁੱਚਾ ਸਿੰਘ ਇਹ ਕਹਿਣਾ ਪੈਂਦਾ, ਸੁੱਚਾ ਸਿੰਘ ਉਹਨਾਂ ਦੇ ਉਹ ਝੂਠੇ ਗੁਨਾਹ ਮਾਫ ਹੋ ਗਏ ਆ ਜਾਂ ਹੋ ਜਾਣਗੇ, ਜਾਂ ਸਿੱਖ ਪੰਥ ਨੂੰ ਕੀ ਇੱਕ ਨਵੀਂ ਪਿਰਤ ਪੈ ਗਈ ਹੈ ਕਿ ਇਹੋ ਜਿਹਾ ਕੰਮ ਕਰਕੇ ਪਿਛਲੇ ਦਰਵਾਜ਼ੇ ਨਹੀਂ ਵਾਪਸ ਆ ਜਾਓ। ਇਹ ਬੜੇ ਵੱਡੇ ਸਵਾਲ ਹੈ। ਬਿਲਕੁਲ ਹਰਪ੍ਰੀਤ ਜੀ, ਪ੍ਰੋਗਰਾਮ ਦੇ ਵਿੱਚ ਆਪਣੇ ਕੋਲ ਇਹ ਸਮਾਂ ਬਹੁਤ ਘੱਟ ਹੈਗਾ, ਪਰ ਫਿਰ ਵੀ ਜਾਂਦੇ ਜਾਂਦੇ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਗੱਲ ਆਉਂਦੀ ਹੈ ਨਾ, ਸਾਡਾ ਅਸੀਂ ਉਹਨੂੰ ਇੱਕ ਗੁਰੂ ਦੀ ਤਰ੍ਹਾਂ ਪੂਜਦੇ ਹੈਗੇ ਆ, ਅਸੀਂ ਪੜ੍ਹਦੇ ਹੈਗੇ ਗੁਰੂ ਗ੍ਰੰਥ ਸਾਹਿਬ ਨੂੰ, ਸਾਨੂੰ ਜ਼ਿੰਦਗੀ ਦਾ ਸਾਰਾ ਕੁੱਲ ਮਿਲਾ ਕੇ ਜਿਹੜਾ ਸਾਨੂੰ ਆਉਣ ਵਾਲੇ ਸਮਾਂ ਵੀ ਉਹਦੇ ਵਿੱਚ ਦਿੱਤਾ ਹੋਇਆ ਆ। ਅਸੀਂ ਸਾਡਾ ਸਭ ਕੁਝ ਹੈ ਗੁਰੂ ਗ੍ਰੰਥ ਸਾਹਿਬ। ਜਦੋਂ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਨਾ, ਬਹੁਤ ਐਂ ਲੱਗਦਾ ਹੁੰਦਾ ਵੀ ਅਸੀਂ ਕੀ ਕਰ ਰਹੇ ਹਾਂ, ਕਿੱਥੇ ਆ ਗਏ ਹਾਂ ਅਸੀਂ, ਹਨਾ। ਸੋ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦੇ ਮਾਮਲੇ, ਫਿਰ ਬੀੜਾਂ ਦਾ, ਜਦੋਂ ਆਪਾਂ ਪਿਛਲੇ ਵਾਰੀ ਵੀ ਗੱਲ ਕੀਤੀ ਸੀਗੀ ਕਿ 200 ਤੋਂ ਜ਼ਿਆਦਾ ਬੀੜਾਂ ਦਾ ਪਤਾ ਹੀ ਨਹੀਂ ਹੈਗਾ, ਰਜਿਸਟ੍ਰੇਸ਼ਨ ਨਹੀਂ ਹੈਗੀ, ਕਿੱਥੇ ਗਈਆਂ, ਕੀ ਹੋਇਆ ਉਹਨਾਂ ਨੂੰ। ਸੋ ਉਹ ਚੀਜ਼ਾਂ ਬੜਾ ਦੁਖੀ ਕਰਦੀਆਂ ਨੇ, ਦਿਲ ਨੂੰ ਦੁਖੀ ਕਰਦੀਆਂ ਨੇ। ਹੁਣ ਜਿਹੜੀ ਪੁਰਾਤਨ ਬੀੜ ਦੀ ਚੋਰੀ ਹੋਈ ਹੈ, ਉਹਨੂੰ ਲੈ ਕੇ ਹੁਣ ਜਿਹੜੇ ਸੁਖਬੀਰ ਬਾਦਲ ਆ ਉਹ ਧਰਨਾ ਦੇ ਰਹੇ ਨੇ ਪਟਿਆਲਾ ਦੇ ਵਿੱਚ, ਉਹ ਕੀ ਮਾਮਲਾ ਹੈ? ਬੜੀ ਅਹਿਮ ਗੱਲ ਹੈ। ਕਾਰਨ ਇਹ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਧਰਮ ਦੇ ਨਾਲ ਜੁੜੀ ਹੋਈ ਚੀਜ਼ ਹੁੰਦੀ, ਜਿੱਥੇ ਸਾਡੀ ਆਸਥਾ ਈਸਟ ਔਰ ਪ੍ਰਮਾਤਮਾ ਦਾ ਰੂਪ ਹੋਵੇ, ਉੱਥੇ ਹੋਰ ਵੀ ਇੰਪੋਰਟੈਂਟ ਹੋ ਜਾਂਦੀ ਆ। ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਜਸਟਿਸ ਡਿਲੇ ਇਜ਼ ਜਸਟਿਸ ਡਿਨਾਈ। ਜੇ ਤੁਸੀਂ ਉਹਨੂੰ ਡਿਲੇ ਕਰਦੇ ਹੋ, ਦੈਟ ਮੀਨਸ ਉਹਨੂੰ ਡਿਨਾਈ ਕਰਦੇ ਹੋ। ਉਹ ਸਾਰੀ ਚੀਜ਼ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ। ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ, ਪਰ ਉਸ ਮਾਮਲੇ 'ਚ ਜਿਸ ਤਰੀਕੇ ਨਾਲ ਸਿਆਸੀ ਗਦਨ ਚੌਂਦ ਪਾ ਕੇ ਉਸ ਮਾਮਲੇ ਨੂੰ ਡਿਲੇ ਕੀਤਾ ਜਾ ਰਿਹਾ ਹੈ, ਉਸ ਮਾਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਉਹੀ ਲੋਕ ਜਿਨ੍ਹਾਂ ਤੇ ਦੋਸ਼ ਲੱਗੇ ਸੀ, ਹੁਣ ਇਹ ਨਵੀਂ ਘਟਨਾ ਹੈ ਮੁੱਖ ਮੰਤਰੀ ਦੇ ਆਪਦੇ ਸ਼ਹਿਰ ਦੀ, ਪਟਿਆਲੇ ਦੇ ਨਾਲ ਕਲਿਆਣ ਪਿੰਡ ਲੱਗਦਾ, ਉਸ ਦੇ ਵਿੱਚ ਗੁਰਦੁਆਰਾ ਅਰਦਾਸਪੁਰਾ, ਉਸ ਦੇ ਵਿੱਚ ਇੱਕ ਪੁਰਾਤਨ ਸੈਕੰਡ ਵਰਲਡ ਵਾਰ ਵੇਲੇ ਦੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ। ਉਸ ਦੇ ਚੋਰੀ ਹੋਣ ਦੇ ਜਾਂ ਫਿਰ ਕਿਤੇ ਵੇਚੇ ਜਾਣ ਦੇ ਇਹ ਮਾਮਲਾ ਸਾਹਮਣੇ ਆਇਆ। ਹੁਣ ਉਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਣੀਆਂ ਲਾਜ਼ਮੀ ਨੇ, ਬਣਦਾ ਵੀ ਹੈ। ਸਰਕਾਰ ਨੂੰ ਕਟਹਿਰੇ 'ਚ ਖੜਾ ਕਰੋ ਵੀ ਤੁਸੀਂ ਇਹ ਕਿਸ ਤਰੀਕੇ ਨਾਲ ਸਾਨੂੰ ਜਵਾਬ ਦਿਓ। ਪਰ ਜਦੋਂ ਸੁਖਬੀਰ ਸਿੰਘ ਬਾਦਲ ਉੱਥੇ ਜਾ ਕੇ ਧਰਨਾ ਦਿੰਦੇ ਆ, ਐ ਨਹੀਂ ਲੱਗਦਾ ਕਿ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਸੁਖਬੀਰ ਸਿੰਘ ਬਾਦਲ ਜਿਨ੍ਹਾਂ ਤੇ ਇਸ ਗੱਲ ਦਾ ਦੋਸ਼ ਲੱਗਦਾ ਕਿ ਬਰਗਾੜੀ ਦੇ ਵਿੱਚ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ, ਉਸ ਮਾਮਲੇ 'ਚ ਇਹਨਾਂ ਨੇ ਬਿਲਕੁਲ ਕੁਝ ਨਹੀਂ ਕੀਤਾ।
ਫਿਰ 267 ਬੀੜਾਂ ਤਾਂ ਹੁਣ ਦਾ ਮਾਮਲਾ ਹੈ। ਜੀ ਜਦੋਂ 267 ਬੀੜਾਂ ਉੱਥੋਂ ਲੁਕਤੇ ਹੋ ਜਾਂਦੀਆਂ ਨੇ ਤੇ ਉਸ ਮਾਮਲੇ 'ਚ ਪ੍ਰਧਾਨ ਜੀ ਦਾ ਬਿਆਨ ਆਉਂਦਾ ਹੈ ਕਿ ਇਸ ਮਾਮਲੇ ਨੂੰ ਦੱਬ ਦਿਓ। ਫਿਰ ਉਹੀ ਬੰਦਾ ਜਾ ਕੇ ਇਹ ਗੱਲ ਕਹੇ ਜੀ ਹਾਂਜੀ ਕੋਈ ਪੁਰਾਤਨ ਬੀੜ ਉੱਥੋਂ ਜੀ ਚੋਰੀ ਕਿਉਂ ਹੋ ਗਈ ਜੀ, ਸਾਡੇ ਹਿਰਦੇ ਬਲੁੰਦਰੇ ਗਏ। ਸੋ ਇਹ ਰਾਜਨੀਤੀ ਦੇ ਵਿੱਚ ਬਿਲਕੁਲ ਦੋਗਲੇ ਚਿਹਰੇ ਨੇ। ਇਹ ਗੱਲ ਜ਼ਰੂਰ ਹੈ ਕਿ ਮੁੱਖ ਮੰਤਰੀ ਦੀ ਜਿਹੜਾ ਸ਼ਹਿਰ ਦੇ ਵਿੱਚੋਂ ਇਸ ਤਰ੍ਹਾਂ ਦੀ ਘਟਨਾਵਾਂ ਹੋਣੀ ਜਾਂ ਜ਼ਿਲ੍ਹੇ ਦੇ ਵਿੱਚ ਘਟਨਾਵਾਂ ਹੋਣੀ, ਸ਼ਹਿਰ ਦੀ ਜੜ ਦੇ ਵਿੱਚੋਂ ਪਿੰਡ ਹੈ, ਇੱਥੇ ਘਟਨਾਵਾਂ ਹੋਣੀ, ਉਹ ਬੰਦੇ ਅਜੇ ਤੱਕ ਫੜੇ ਜਾਣੇ ਚਾਹੀਦੇ ਸੀ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ। ਪਰ ਜਦੋਂ ਸੁਖਬੀਰ ਸਿੰਘ ਬਾਦਲ ਜਾ ਕੇ ਉੱਥੇ ਧਰਨਾ ਦਿੰਦੇ ਆ ਤਾਂ ਇਹ ਗੱਲ ਇੱਕ ਨਹੀਂ ਹੁੰਦੀ। ਫਿਰ ਜਦੋਂ ਆਪਾਂ ਕਹਿੰਦੇ ਵੀ ਕਿ ਤੂੰ ਮੂੰਹੋਂ ਕੱਢ ਤੈਨੂੰ ਸ਼ਹਿਰੋਂ ਕੱਢਾਂ ਜਾਂ ਤੁਸੀਂ ਆਪਣੀ ਗੱਲ ਕਰਦੇ ਹੋ, ਤਾਂ ਬਹੁਤ ਸਾਰੀਆਂ ਚੀਜ਼ਾਂ ਸੁਖਬੀਰ ਸਿੰਘ ਬਾਦਲ ਤੇ ਆ ਕੇ ਖੜ ਜਾਂਦੀਆਂ ਨੇ ਕਿ ਤੁਸੀਂ ਕੀ ਕੁਛ ਕੀਤਾ, ਕਿ ਇਹ ਜਿਹੜੀਆਂ ਪਾਈਆਂ ਹੋਈਆਂ ਬਿਰਤਾਂ ਨੇ ਜਾਂ ਫਿਰ ਇਸ ਦੇ ਵਿੱਚ ਕੋਈ ਬਹੁਤ ਵੱਡੀ ਸਿਆਸਤ ਦੀ ਖੇਡ ਹੋ ਰਹੀ ਹੈ, ਤਾਂ ਜੋ ਵੀ ਇਹਨਾਂ ਚੀਜ਼ਾਂ ਤੇ ਵੀ ਹੁਣ ਧਰਮ ਦੇ ਨਾਂ ਤੇ ਜਿਸ ਤਰੀਕੇ ਨਾਲ ਦੇਸ਼ ਵਿੱਚ ਭਗਵਾਨ ਰਾਮ ਦੇ ਨਾਂ ਤੇ ਵੇਚਿਆ ਜਾ ਰਿਹਾ ਭਗਵਾਨ ਰਾਮ ਚੰਦਰ ਨੂੰ, ਉਸੇ ਤਰੀਕੇ ਨਾਲ ਧਰਮ ਦੇ ਨਾਂ ਤੇ ਪਹਿਲਾਂ ਸਰਸੇ ਵਾਲਾ ਭਗਵਾਨ ਬਣ ਕੇ ਇੱਥੇ ਪੈਦਾ ਹੁੰਦਾ ਰਿਹਾ, ਫਿਰ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬੇਅਦਬੀਆਂ ਹੁੰਦੀਆਂ ਰਹੀਆਂ, ਇੱਕੋ ਧਰਮ ਦੇ ਨਾਂ ਤੇ ਉਹ ਫਰਿੱਜ 'ਚ ਸੁੱਤਾ ਪਿਆ ਕਈ ਸਾਲਾਂ ਦਾ। ਉਹ ਇਹ ਸਾਰੀਆਂ ਚੀਜ਼ਾਂ ਹੁਣ ਤੁਸੀਂ ਹੱਦ ਹੋ ਗਈ ਇਸ ਗੱਲ ਦੀ ਕਿ ਆਮ ਲੋਕਾਂ ਦਾ ਮਸਲਾ, ਆਮ ਲੋਕਾਂ ਦੀ ਤਰੱਕੀ, ਦੇਸ਼ ਨੇ ਤਰੱਕੀ ਕਿਵੇਂ ਕਰਨੀ ਹੈ, ਨੌਜਵਾਨ ਵਰਗ ਨੂੰ ਨੌਕਰੀ ਕਿਵੇਂ ਮਿਲਣੀ ਹੈ, ਜ਼ਰਖੇਜ਼ ਧਰਤੀਆਂ ਜਿਹੜੀਆਂ ਜ਼ਹਿਰੀਲੀਆਂ ਹੋ ਗਈਆਂ ਸੀ ਉਹਨਾਂ ਉਪਜਾਊ ਕਿਵੇਂ ਕਰਨਾ, ਉਹ ਕੋਈ ਮਾਮਲਾ ਚੱਲਦਾ ਕਿਤੇ? ਕਿਤੇ ਚੱਲਦੀ ਹੈ ਗੱਲ ਵੀ ਦੇਸ਼ ਦੀ ਡਿਵੈਲਪਮੈਂਟ ਦੀ ਹੋਊਗੀ? ਸਿਰਫ ਤੇ ਸਿਰਫ ਧਰਮ ਦੇ ਵਿੱਚ ਉਲਝਾ ਕੇ ਜਾਂ ਫਿਰ ਧਾਰਮਿਕ ਗ੍ਰੰਥਾਂ ਦੀ ਇਸ ਤਰ੍ਹਾਂ ਦੀਆਂ ਬੇਅਦਬੀਆਂ ਕਰਵਾ ਕੇ ਕਥਿਤ ਰੂਪ ਵਿੱਚ ਜਿਹੜੀਆਂ ਸਿਆਸਤਾਂ ਹੋ ਰਹੀਆਂ ਨੇ, ਇਹ ਬਹੁਤ ਘਾਤਕ ਨੇ, ਜਿਹੜੀਆਂ ਅੱਗੇ ਜਾ ਕੇ ਬਹੁਤ ਮਾੜੇ ਨਤੀਜੇ ਦੇ ਸਕਦੀਆਂ। ਬਿਲਕੁਲ, ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਗੇ ਕੀ ਹੁੰਦੇ ਨੇ। ਅਸੀਂ ਨਤੀਜੇ ਭੁਗਤ ਵੀ ਰਹੇ ਹੈਗੇ ਆ ਤੇ ਪਤਾ ਨਹੀਂ ਕਿੰਨੇ ਕੁ ਹੋਰ ਜ਼ਿਆਦਾ ਗੰਭੀਰ ਨਤੀਜੇ ਸਾਨੂੰ ਭੁਗਤਣੇ ਪੈਣਗੇ। ਹਮੇਸ਼ਾ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੰਦੇ ਹੈਗੇ ਹੋ, ਬਹੁਤ ਸਾਰੀ ਡੂੰਘਾਈ ਦੇ ਵਿੱਚ ਗੱਲਬਾਤ ਦੱਸਦੇ ਹੈਗੇ ਆ, ਸੋਚਣ ਲਈ ਮਜਬੂਰ ਕਰ ਦਿੰਦੇ ਹੈਗੇ ਆ ਕਿ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਇੱਕ ਵਾਰੀ ਬੈਠ ਕੇ ਕਿ ਅਸੀਂ ਕੀ ਕਰ ਰਹੇ ਹਾਂ, ਕਿੱਧਰ ਨੂੰ ਜਾ ਰਹੇ ਹੈਗੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਅਗਲੀ ਵਾਰੀ ਤੁਹਾਡੇ ਨਾਲ ਫਿਰ ਗੱਲਬਾਤ ਦੇ ਲਈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਪਹੁੰਚੋਗੇ ਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਇਸ ਤਰ੍ਹਾਂ ਹੀ ਵਧੀਆ ਸਿੱਧ ਹੋਵੇਗੀ। ਜੀ ਸ਼ੁਕਰੀਆ, ਧੰਨਵਾਦ। ਬਿਲਕੁਲ, ਸਟ੍ਰੇਟ ਟਾਕ, ਸਿੱਧੀ ਗੱਲ। ਹਰਪ੍ਰੀਤ ਜੀ ਹਰੇਕ ਗੱਲ ਨੂੰ ਸਿੱਧੇ ਤੌਰ ਦੇ ਉੱਤੇ, ਸਪਸ਼ਟ ਤੌਰ ਦੇ ਉੱਤੇ, ਸਿੱਧੇ ਤੌਰ ਦੇ ਉੱਤੇ ਦੱਸਦੇ ਨੇ। ਸਟ੍ਰੇਟ ਟਾਕ ਤਾਈਓ ਅਸੀਂ ਇਸ ਪ੍ਰੋਗਰਾਮ ਨੂੰ ਕਹਿੰਦੇ ਹੈਗੇ ਆ। ਇਹ ਪ੍ਰੋਗਰਾਮ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਵਾਂਗੇ। ਫਿਲਹਾਲ ਅੱਜ ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।